ਲੋਕਰਾਣਾ ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਪੰਗੂ ਸਵਾਗਤ ਕਰਦਾ। ਦਰਸ਼ਕੋ, ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਸਾਹਿਬ, ਤੁਹਾਡਾ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਗੁਰਜਿੰਦਰ ਜੀ ਤੁਹਾਡਾ। ਦਰਸ਼ਕੋ, ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਨੂੰ। ਹੁਣ ਦਿੱਲੀ ਦੀ ਬਰੂਹਾਂ ਤੇ ਬੈਠਿਆਂ ਨੂੰ ਲੰਮਾ ਸਮਾਂ ਹੋ ਗਿਆ। ਸਰਕਾਰ ਨਾਲ 11 ਗੇੜ ਦੀ ਮੀਟਿੰਗ ਬੇਸਿੱਟਾ ਰਹੀ, ਉਸ ਤੋਂ ਬਾਅਦ ਇੱਕ ਡੈਡਲੌਕ ਬਣਿਆ ਹੋਇਆ, ਸਰਕਾਰ ਨਾਲ ਗੱਲਬਾਤ ਹੁਣ ਨਹੀਂ ਹੋ ਪਾ ਰਹੀ। ਇਸ ਤੋਂ ਬਾਅਦ ਲਗਾਤਾਰ ਸੁਪਰੀਮ ਕੋਰਟ ਸੁਝਾਅ ਦੇ ਰਹੀ ਹੈ ਕਿਸਾਨਾਂ ਨੂੰ, ਜੋ ਰਾਹ ਬੰਦ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਉੱਥੇ ਜੇ ਕਾਰੋਬਾਰ ਕਰਦੇ ਨੇ, ਬਿਜ਼ਨਸ ਕਰਦੇ ਨੇ, ਉਹਨਾਂ ਨੂੰ ਔਖਾ ਹੁੰਦਾ। ਇਹ ਜੋ ਰਾਹ ਨੇ, ਇਹ ਰਾਹ ਖੋਲ੍ਹੇ ਜਾਣ, ਸੁਪਰੀਮ ਕੋਰਟ ਵੱਲੋਂ ਕਿਹਾ ਗਿਆ। ਇਸ ਤੋਂ ਬਾਅਦ ਗੱਲਬਾਤ ਕਰਾਂਗੇ ਜੇ ਕਾਂਗਰਸ ਆਪਸੀ ਕਾਟੋ ਕਲੇਸ਼ ਹੈ, ਕਾਂਗਰਸ ਜੋ ਖਾਣਾ ਜੰਗੀ ਬਣੀ ਹੋਈ ਹੈ, ਆਖਰ ਉਹ ਹੁਣ ਕਿੱਥੇ ਤੱਕ ਪਹੁੰਚੀ। ਕੀ ਕਾਂਗਰਸ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਮਾਂ ਹੋਊਗਾ ਕਾਂਗਰਸ ਪਾਰਟੀ ਦਾ, ਉਹ ਸਮੇਂ ਦੇ ਵਿੱਚ ਕੀ ਕੁਛ ਵਾਪਰ ਸਕਦਾ, ਕਿ ਕਾਂਗਰਸ ਨੂੰ ਨੁਕਸਾਨ ਹੋਊਗਾ 2022 ਦੇ ਵਿੱਚ, ਕਾਂਗਰਸ ਦੀ ਕੀ ਸਥਿਤੀ ਹੋ ਸਕਦੀ ਹੈ। ਇਸ ਕਲੇਸ਼ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਹਰ ਇੱਕ ਹੁਣ ਸਿਆਸੀ ਪਾਰਟੀ 2022 ਦੀ ਚੋਣ ਜਿੱਤਣਾ ਚਾਹੁੰਦੀ ਹੈ। ਖਾਸ ਕਰਕੇ ਉਹ ਇਸ ਵਾਰ ਕੋਈ ਮੁੱਦਾ ਤਾਂ ਕਿਸੇ ਕੋਲ ਹੈ ਨਹੀਂ, ਕਿਉਂਕਿ ਸਾਰੀ ਪਾਰਟੀਆਂ ਵੱਲੋਂ ਦਾਅਵੇ ਕੀਤੇ ਗਏ ਸੀ। 10 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ, 5 ਸਾਲ ਹੋ ਗਏ ਕਾਂਗਰਸ ਪਾਰਟੀ ਰਾਜ ਕਰ ਰਹੀ ਹੈ। ਜੋ ਵਾਅਦੇ ਕੀਤੇ ਗਏ ਸੀ ਉਹ ਤਾਂ ਪੂਰੇ ਨਹੀਂ ਕੀਤੇ ਗਏ। ਇਸ ਵਾਰ ਇੱਕ ਤਾਂ ਦਲਿਤ ਕਾਰਡ ਖੇਡਿਆ ਗਿਆ, ਦੂਜਾ ਬਿਜਲੀ ਮੁੱਦਿਆਂ ਉੱਤੇ ਸਿਆਸਤ ਭਖੀ ਹੋਈ ਹੈ। ਸਾਰੀ ਪਾਰਟੀਆਂ ਕਹਿੰਦੀਆਂ ਕਿ ਜੇ ਅਸੀਂ ਇਸ ਵਾਰ ਸੱਤਾ ਦੇ ਵਿੱਚ ਆ ਜਾਂਦੇ ਹਾਂ ਤਾਂ ਅਸੀਂ ਲੋਕਾਂ ਨੂੰ ਮੁਫਤ ਬਿਜਲੀ ਦੇਵਾਂਗੇ, ਅਸੀਂ 300 ਯੂਨਿਟ ਬਿਜਲੀ ਮਾਫ ਕਰਾਂਗੇ। ਇਸ ਤੋਂ ਬਾਅਦ ਗੱਲਬਾਤ ਕਰਾਂਗੇ ਬੀਬੀ ਜਗੀਰ ਕੌਰ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਉਹ ਸਿੱਖਿਆ ਨੂੰ ਲੈ ਕੇ ਵੀ ਹੁਣ ਸਰਗਰਮ ਦਿਖਾਈ ਦਿੰਦੇ ਨੇ ਕਿ ਅਸੀਂ ਆਪਣੇ ਜੋ ਸਾਡੇ ਸਿੱਖ ਬੱਚੇ ਨੇ, ਅਸੀਂ ਕਿਵੇਂ ਇਹਨਾਂ ਨੂੰ ਐਜੂਕੇਟ ਕਰੀਏ, ਕਿਵੇਂ ਅਸੀਂ ਵਿਦੇਸ਼ਾਂ ਤੋਂ ਪਾਲਿਸੀਆਂ ਲੈ ਕੇ ਆਈਏ ਤਾਂ ਜੋ ਸਾਡੇ ਬੱਚੇ ਵੀ ਮੱਲਾ ਮਾਰਨ। ਇਸ ਪਿੱਛੇ ਵੀ ਗੱਲਬਾਤ ਕਰਾਂਗੇ। ਐਜੂਕੇਸ਼ਨ ਜੋ ਜਿਸ ਪਾਲਿਸੀ ਦੀ ਗੱਲਬਾਤ ਕਰਦੇ ਨੇ ਬੀਬੀ ਜਗੀਰ ਕੌਰ, ਉਸ ਬਾਰੇ ਬੜੇ ਖੁੱਲ੍ਹ ਕੇ ਵਿਚਾਰ ਚਰਚਾ ਕਰਾਂਗੇ। ਪਰਮਿੰਦਰ ਜੀ, ਸਭ ਤੋਂ ਪਹਿਲਾਂ ਸੁਪਰੀਮ ਕੋਰਟ ਵਾਲੀ ਗੱਲ, ਜੋ ਕਿਸਾਨਾਂ ਨੂੰ ਹਾਈਵੇ ਰਾਹ ਖੋਲ੍ਹਣ ਬਾਰੇ ਬਾਰ-ਬਾਰ ਸੁਪਰੀਮ ਕੋਰਟ ਇਹ ਬਿਆਨ ਦਿੰਦਾ। ਹਾਲਾਂਕਿ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਜਾ ਕੇ ਦੇਖਦੇ ਹਾਂ ਤਾਂ ਉੱਥੇ ਤਾਂ ਇਹੋ ਜਿਹਾ ਕੁਛ ਨਜ਼ਰ ਨਹੀਂ ਆਉਂਦਾ। ਰੋਡ ਚੱਲਦੇ ਨੇ, ਕਿਸਾਨ ਤਾਂ ਸਾਈਡਾਂ ਤੇ ਫੁੱਟਪਾਥ ਤੇ ਬੈਠੇ ਨੇ। ਬਿਲਕੁਲ, ਜਿਹੜਾ ਗੁਰਜਿੰਦਰ ਜੀ ਹੁਣ ਸਖਤੀ ਵਰਤੀ ਜਾ ਰਹੀ ਹੈ ਇੱਕ ਤਰ੍ਹਾਂ ਨਾਲ। ਜਿਹੜਾ ਸਮਾਂ ਜਿੱਦਾਂ ਸਮਾਂ ਲੰਬਾ ਹੁੰਦਾ ਜਾਊਗਾ ਅੰਦੋਲਨ ਦਾ, ਪਹਿਲਾਂ ਤਾਂ ਦੇਖਿਆ ਜਾ ਰਿਹਾ ਸੀ ਕਿ ਥੋੜਾ ਸਮਾਂ ਚੱਲੂ ਤੇ ਉੱਠ ਕੇ ਚਲੇ ਜਾਣਗੇ, ਬੈਠੇ ਨੇ ਤੇ ਇਹਨਾਂ ਨੂੰ ਤਵੱਜੋ ਨਾ ਦਿਓ। ਸੋ ਉਹ ਕਾਂਗਰਸ ਦੀ ਸਰਕਾਰ, ਕੇਂਦਰ ਦੀ ਸਰਕਾਰ ਦੀ ਜਿਹੜੀ ਪਾਲਿਸੀ ਸੀਗੀ, ਉਹਦੇ ਤਹਿਤ ਹੀ ਇਹ ਜਿਹੜੇ ਪਲੈਨਿੰਗ ਚੱਲ ਰਹੀ ਹੈ। ਹੌਲੀ ਹੌਲੀ ਆਪਾਂ ਜਿਵੇਂ ਸਾਰਿਆਂ ਦੀਆਂ ਗੱਲਾਂ ਵੀ ਸੀਗੀਆਂ, ਕਿਆਸ ਰਹੀਆਂ ਵੀ ਸੀਗੀਆਂ, ਖਦਸ਼ੇ ਸੀਗੇ, ਜਾਂ ਐਂ ਕਹਿ ਲਓ ਕਿ ਸਭ ਨੂੰ ਪਤਾ ਹੀ ਸੀ ਕਿ ਇੱਦਾਂ ਦਾ ਸਮਾਂ ਵੀ ਆਉਣਾ। ਕਿਤੇ ਨਾ ਕਿਤੇ ਜਿਹੜਾ ਹਾਈ ਕੋਰਟ, ਸੁਪਰੀਮ ਕੋਰਟ ਜਾਂ ਹੋਰ ਕੋਰਟਾਂ ਦੇ ਵਿੱਚ ਕਿਸਾਨਾਂ ਨੂੰ ਕਹਿ ਸਕਦਾ ਕਿ ਉਹਨਾਂ ਨੂੰ ਉੱਥੇ ਲਿਜਾਇਆ ਜਾਊਗਾ, ਕੇਸ ਪਵਾਏ ਜਾਣਗੇ, ਪਟੀਸ਼ਨਾਂ ਪਵਾਈਆਂ ਜਾਣਗੀਆਂ। ਸੋ ਸਮਾਂ ਜਿਹੜਾ ਹੈਗਾ ਹੁਣ ਸ਼ੁਰੂ ਹੋਣਾ ਲਾਜ਼ਮੀ ਸੀਗਾ ਤੇ ਸ਼ੁਰੂ ਹੋ ਚੁੱਕਿਆ ਜੀ। ਤੇ ਹੁਣ ਜਿਹੜਾ ਸੁਪਰੀਮ ਕੋਰਟ ਨੇ ਸਖਤ ਰੁਖ ਅਖਤਿਆਰ ਕਰਨਾ ਸ਼ੁਰੂ ਕੀਤਾ ਹੈ। ਇੱਕ ਨੋਇਡਾ ਦਾ ਕੋਈ ਪਟੀਸ਼ਨ ਕਰਤਾ ਜਿਹੜਾ ਪਟੀਸ਼ਨ ਕਰਤਾ, ਉਹਨੇ ਪਟੀਸ਼ਨ ਪਾਈ ਸੀ ਕਿ ਰਸਤੇ ਰੋਕੇ ਹੋਏ ਨੇ ਕਿਸਾਨਾਂ ਨੇ, ਸਾਰੇ ਬਿਜ਼ਨਸ ਠੱਪ ਹੋ ਗਏ ਹੈ, ਤੇ ਦੂਜਾ ਜਿਹੜਾ 20 ਮਿੰਟ ਦਾ ਰਸਤਾ ਸੀ 2 ਘੰਟੇ ਦੇ ਵਿੱਚ ਤੈਅ ਹੁੰਦਾ ਜੀ। ਤੇ ਇਸ ਕਰਕੇ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਹਾਈਵੇ, ਜਿਹੜੇ ਰਾਜ ਮਾਰਗ ਨੇ, ਉਹਨਾਂ ਤੋਂ ਉਠਾਇਆ ਜਾਵੇ। ਸੋ ਉਹਦੇ ਤਹਿਤ ਜਿਹੜਾ ਸੁਪਰੀਮ ਕੋਰਟ ਨੇ ਉੱਥੋਂ ਇੱਕ ਬਿਆਨ ਕਹਿ ਲਓ ਜਾਂ ਆਪਣਾ ਸੁਝਾਅ ਕਹਿ ਲਓ ਉਹਨਾਂ ਨੇ ਦਿੱਤਾ। ਉਹ ਕਹਿੰਦੇ ਵੀ ਜੇ ਕੋਈ ਮਸਲਾ ਹੈ, ਕਿਸਾਨਾਂ ਦਾ ਮਸਲਾ ਚਾਹੇ ਮੁਸ਼ਕਿਲ ਹੈ, ਜੋ ਵੀ ਹੈ, ਸਮੱਸਿਆ ਹੈ ਕੋਈ, ਤਾਂ ਉਹਨਾਂ ਦੇ ਲਈ ਹੋਰ ਰਾਹ ਬਥੇਰੇ ਨੇ। ਅੰਦੋਲਨ ਵੀ ਹੈਗਾ, ਸੰਸਦ ਵਿੱਚ ਵੀ ਚਰਚਾ ਹੋ ਸਕਦੀ ਹੈ, ਨਿਆਂਪਾਲਿਕਾ ਵੀ ਹੈਗੀ ਹੈ। ਤੇ ਜੇ ਉਹ ਅੰਦੋਲਨ ਵੀ ਤੁਹਾਡਾ ਹੋ ਸਕਦਾ, ਠੀਕ ਹੈ, ਤੁਹਾਡਾ ਹੱਕ ਬਣਦਾ, ਪਰ ਰਾਜਮਾਰਗ ਨੂੰ ਸਥਾਈ ਰੂਪ 'ਚ ਬੰਦ ਨਹੀਂ ਕੀਤਾ ਜਾ ਸਕਦਾ। ਤੇ ਰਾਜਮਾਰਗ ਨੇ ਜਿਹੜੇ ਉਹਨਾਂ ਨੂੰ ਖੋਲ੍ਹਿਆ ਜਾਣਾ ਚਾਹੀਦਾ। ਤਾਂ ਇਹਦੇ ਵਿੱਚ ਇੱਕ ਵੱਡੀ ਗੱਲ ਜਿਹੜੀ ਹੈਗੀ ਹੈ ਕਿਸਾਨਾਂ ਦੇ ਲਈ, ਆਪਾਂ ਕਹਿ ਲਓ ਕਿ ਉਹ ਮਾੜੀ ਗੱਲ ਕਹਿ ਲਓ, ਜਾਂ ਕਹਿ ਲਓ ਕਿ ਇੱਕ ਸਖਤੀ ਵਾਲਾ ਰੁਖ ਅਖਤਿਆਰ ਕਰਨ ਦਾ ਸੰਕੇਤ ਦਿੱਤਾ ਜਿਹੜਾ ਸੁਪਰੀਮ ਕੋਰਟ ਨੇ, ਉਹ ਇਹੀ ਹੈ ਕਿ ਬਈ ਕੇਂਦਰ ਸਰਕਾਰ ਨੂੰ ਕਿਸਾਨ ਧਿਰਾਂ ਜਿਹੜੀਆਂ ਹੈਗੀਆਂ, ਇਹ ਜਥੇਬੰਦੀਆਂ, ਇਹਨਾਂ ਨੂੰ ਧਿਰ ਬਣਾਉਣ ਵਾਸਤੇ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ ਕਿ ਧਿਰ ਬਣਾਈ ਜਾ ਸਕਦੀ ਹੈ। ਕੋਈ ਐਪਲੀਕੇਸ਼ਨ ਫਾਈਲ ਕੀਤੀ ਜਾ ਸਕਦੀ ਹੈ ਧਿਰ ਬਣਾਉਣ ਵਾਸਤੇ ਕਿਸਾਨਾਂ ਨੂੰ। ਤੇ ਉਹ ਚੀਜ਼ ਜਿਹੜੀ ਹੈਗੀ ਆ, ਕਹਿ ਸਕਦੇ ਹਾਂ ਕਿਤੇ ਨਾ ਕਿਤੇ ਕਿਸਾਨਾਂ ਦੇ ਲਈ ਥੋੜਾ ਆਪਾਂ ਕਹਿ ਸਕਦੇ ਹਾਂ ਕਿ ਹੁਣ ਸਮਾਂ ਮਾੜਾ ਜਿਹੜਾ ਹੈਗਾ ਉਹ ਆਉਣ ਦੀ ਤਿਆਰੀ ਦੇ ਵਿੱਚ ਬੈਠਾ ਹੈ, ਕਿਉਂਕਿ ਕੇਂਦਰ ਨੇ ਤਾਂ ਸਖਤੀ ਕਰਾਉਣੀ ਹੈ, ਹਰ ਹਾਲ 'ਚ ਕਰਾਉਣੀ ਆ। ਉਹਨਾਂ ਦਾ ਮਕਸਦ ਤਾਂ ਇਹੀ ਹੈ ਕਿ ਉੱਠ ਕੇ ਚਲੇ ਜਾਣ। ਅੱਗੇ ਚੋਣਾਂ ਆ ਰਹੀਆਂ ਨੇ, ਜਿਸ ਤਰ੍ਹਾਂ ਪੱਛਮੀ ਬੰਗਾਲ ਤੋਂ ਲੈ ਕੇ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਕਿਸਾਨੀ ਅੰਦੋਲਨ ਦਾ ਡੰਕਾ ਵੱਜਿਆ ਆ, ਤੇ ਉਹਦੇ ਨਾਲ ਕੇਂਦਰ ਸਰਕਾਰ ਘਬਰਾਈ ਹੋਈ ਹੈ। ਖਾਸ ਕਰ ਬੀਜੇਪੀ ਜਿਹੜੀ ਹੈਗੀ ਹੈ ਪਾਰਟੀ ਘਬਰਾਈ ਹੋਈ ਹੈ। ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਵੀ, ਯੂਪੀ 'ਚ ਚੋਣਾਂ ਹੁਣ ਆ ਰਹੀਆਂ ਨੇ, ਪੰਜਾਬ 'ਚ ਵੀ ਚੋਣਾਂ ਹੋਣੀਆਂ ਨੇ। ਉਹ ਤੋਂ ਬਾਅਦ ਜਿਹੜਾ ਹੁਣ ਬੰਦ ਹੋਇਆ ਸੀਗਾ
ਭਾਰਤ ਬੰਦ ਆ ਉਹਦੇ ਵਿੱਚ 22 ਤੋਂ ਵੱਧ ਰਾਜਾਂ ਦੇ ਵਿੱਚ ਅਸਰ ਦੇਖਣ ਨੂੰ ਮਿਲਿਆ। ਬਿਲਕੁਲ। ਤੇ ਜੇ ਇਹ ਅਸਰ ਕਿਤੇ ਚੋਣਾਂ ਤੱਕ ਚੱਲਦਾ ਰਿਹਾ ਤਾਂ ਬੀਜੇਪੀ ਦਾ ਤਾਂ ਕਹਿ ਸਕਦਾ ਨਾ ਕਿ ਸੁਪੜਾ ਸਾਫ਼ ਹੋ ਸਕਦਾ। ਤੇ ਉਹ ਚੀਜ਼ ਤੋਂ ਡਰਦੇ ਹੋਏ ਇਹਨਾਂ ਨੇ ਹੁਣ ਜਿਹੜਾ ਹੈਗਾ ਆਪਣੇ ਹੁਣ ਹੱਥ ਕੰਡੇ ਜਿਹੜੇ ਵਰਤਨੇ ਨੇ, ਹੁਣ ਯੋਜਨਾਵਾਂ ਜਿਹੜੀਆਂ ਉਲੀਕੀਆਂ ਗਈਆਂ ਸੀਗੀਆਂ ਕਿਸਾਨ ਅੰਦੋਲਨ ਦੇ ਵਿਰੁੱਧ, ਹੁਣ ਅਸਲ ਦੇ ਵਿੱਚ ਕੰਮ ਉਹ ਕਰਨਗੀਆਂ। ਆਪ ਸਾਹਮਣੇ ਨਹੀਂ ਆਉਣਾ ਇਹਨਾਂ ਨੇ, ਆਲੇ ਦੁਆਲੇ ਤੋਂ ਜਿੱਦਾਂ ਕਿਸੇ ਤਰੀਕੇ ਨਾਲ ਜਿਹੜਾ ਸਕੰਜਾ ਆਲੇ ਦੁਆਲੇ ਤੋਂ ਕੱਸਣਾ ਸੀਗਾ ਉਹ ਕੱਸਿਆ ਜਾਣਾ ਹੁਣ ਸੁਭਾਵਿਕ ਹੈਗਾ। ਆਪਾਂ ਇੱਕ ਗੱਲ ਕਰੀਏ, ਜਿੱਦਾਂ ਹੁਣ ਪਟੀਸ਼ਨ ਪਈ ਆ ਕਿ ਉਹ ਕਹਿ ਰਹੇ ਆ, ਪਟੀਸ਼ਨ ਕਰਤਾ ਕਹਿ ਰਹੇ ਆ ਕਿ ਅਸੀਂ ਹੁਣ ਬਿਜ਼ਨਸ ਬੰਦ ਕਰ ਦਈਏ, ਸ਼ਹਿਰੀ ਕਹਿ ਰਹੇ ਆ, ਤੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਹੁਣ ਕਿਸਾਨ ਖੇਤੀ ਕਰਨੀ ਛੱਡ ਦੇਣ। ਜੇ ਤੁਸੀਂ ਵੀ ਤਾਂ ਮਹਿਸੂਸ ਕਰ ਰਹੇ ਹੋ ਕਿ ਤੁਹਾਡਾ ਬਿਜ਼ਨਸ ਠੱਪ ਹੋ ਰਿਹਾ, ਤੁਸੀਂ ਘੁੱਟਣ ਮਹਿਸੂਸ ਕਰ ਰਹੇ ਹੋ, ਤੁਹਾਨੂੰ ਘਾਟਾ ਮਹਿਸੂਸ ਹੋ ਰਿਹਾ, ਨੁਕਸਾਨ ਹੋ ਰਿਹਾ ਬਿਜ਼ਨਸ ਦੇ ਵਿੱਚ, ਤੇ ਜਿਹੜੇ ਬੰਦੇ ਆ ਤੁਹਾਨੂੰ ਰੋਜ਼ ਅੰਨ ਤੁਹਾਡੇ ਘਰਾਂ 'ਚ ਪਹੁੰਚਦਾ ਜਿਹੜਾ ਉਹ ਪੈਦਾ ਕਰਨ ਵਾਲੇ ਨੇ, ਪ੍ਰੋਡਕਸ਼ਨ ਉਹਨਾਂ ਉੱਥੇ ਹੀ ਹੁੰਦੀ ਹੈ ਖੇਤਾਂ ਦੇ ਵਿੱਚ। ਜਦੋਂ ਉਹਨਾਂ ਨੂੰ ਪਤਾ ਕਿ ਸਾਡੀ ਖੇਤੀ ਮਾਰੀ ਜਾ ਰਹੀ ਹੈ, ਸਾਡੇ ਖੇਤ ਖੋਏ ਜਾ ਰਹੇ ਨੇ, ਸਾਨੂੰ ਅਸੀਂ ਮਿਹਨਤ ਮਜ਼ਦੂਰੀ ਕਰਨ ਵਾਸਤੇ ਮਜਬੂਰ ਕਰਨ ਦਿੱਤਾ ਜਾ ਰਿਹਾ, ਅਸੀਂ ਪਾਲਿਸੀ ਲੈ ਕੇ ਆ ਰਹੀ ਹੈ ਸਰਕਾਰ, ਤੇ ਉਹ ਸੜਕਾਂ ਤੇ ਆਉਣਗੇ ਨਹੀਂ, ਹੋਰ ਕੀ ਕਰਨਗੇ। ਤੇ ਤੁਸੀਂ ਆਪਣਾ ਬਿਜ਼ਨਸ ਚਲਾਓ, ਤੁਹਾਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਇਹਨਾਂ ਦਾ ਬਿਜ਼ਨਸ ਕੋਈ ਖੋਏਦਾ, ਇਹਨਾਂ ਨੂੰ ਹੱਕ ਵੀ ਨਹੀਂ ਹੈਗਾ ਆਪਣੇ ਅਧਿਕਾਰ ਦੀ ਗੱਲ ਕਰਨ ਦਾ, ਅੰਦੋਲਨ ਕਰਨ ਦਾ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਕਿਤੇ ਨਾ ਕਿਤੇ ਸਮਝਣਾ ਪੈਣਾ, ਲੋਕਾਂ ਨੂੰ ਵੀ ਸਮਝਣਾ ਪੈਣਾ। ਜਿਹੜੇ ਆਮ ਲੋਕ ਤਾਂ ਤਿਆਰ ਹੀ ਨੇ, ਉਹ ਤਾਂ ਪਤਾ ਉਹਨਾਂ ਨੂੰ ਵੀ ਸਾਰੇ ਬਿਜ਼ਨਸ ਠੱਪ ਹੋ ਜਾਣੇ ਨੇ ਜੇ ਕਿਤੇ ਖੇਤੀਬਾੜੀ ਵਾਲੇ ਪਾਸੇ ਨੂੰ ਇਦਾਂ ਤੁਰ ਗਿਆ, ਖੇਤੀਬਾੜੀ ਨਾਲ ਜੁੜਿਆ ਹੋਇਆ। ਪਰ ਜਿਹੜੇ ਇਦਾਂ ਦੇ ਲੋਕ ਨੇ ਜਿਹੜੇ ਪਟੀਸ਼ਨ ਪਾਉਂਦੇ ਨੇ, ਉਹ ਪਟੀਸ਼ਨ ਕਰਤਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਪਾਰਟੀਆਂ ਨਾਲ ਜੁੜੇ ਹੁੰਦੇ ਨੇ, ਖਾਸ ਕਰ ਜਿਹੜੀ ਵਿਰੋਧੀ ਧਿਰ ਹੁੰਦੀ ਅੰਦੋਲਨ ਦੇ, ਉਹਨਾਂ ਨਾਲ ਜੁੜੇ ਹੁੰਦੇ ਨੇ, ਉਹਨਾਂ ਦੇ ਆਪਣੇ ਬੰਦੇ ਹੁੰਦੇ ਨੇ, ਤੇ ਸਪੋਰਟ ਵੀ ਉਹਨਾਂ ਨੂੰ ਪਿੱਛੇ ਵਿਰੋਧੀ ਧਿਰ ਤੇਰੀ ਹੁੰਦੀ ਹੈ ਜਿਹੜੀ ਚਾਹੁੰਦੀ ਨਹੀਂ ਕਿ ਅੰਦੋਲਨ ਹੋਵੇ, ਉਹ ਉਹਨਾਂ ਨੂੰ ਸਪੋਰਟ ਵੀ ਦਿੰਦੀ ਹੈ, ਪੈਸਾ ਵੀ ਉਹ ਖਰਚ ਰਹੀ ਹੁੰਦੀ ਹੈ, ਤੇ ਵਕੀਲ ਵੀ ਉਹ ਕਰਕੇ ਦਿੰਦੀ ਹੈ, ਤੇ ਇਹੋ ਜਿਹੇ ਬੰਦੇ ਉਹਨਾਂ ਨੇ ਖੜੇ ਕਰਨੇ ਹੀ ਨੇ ਅੱਗੇ, ਹੋਰਨਾਂ ਕੋਰਟਾਂ ਦੇ ਵਿੱਚ ਵੀ ਕਰਨੇ। ਹਾਲਾਂਕਿ ਜਿਹੜੀ ਗੱਲ ਤੁਸੀਂ ਕੀ ਹੈ, ਵਾਜਬ ਹੈ ਹੋ ਕੇ ਉੱਥੇ ਕਿਸਾਨ ਸੜਕਾਂ ਤੇ ਥੋੜੀ ਬੈਠੇ ਨੇ, ਫੁੱਟਪਾਥਾਂ ਤੇ ਬੈਠੇ ਨੇ, ਸੜਕਾਂ ਤਾਂ ਇਹਨਾਂ ਨੇ ਬੈਰੀਕੇਡ ਲਾ ਕੇ ਆਪ ਰੋਕੀਆਂ ਹੋਈਆਂ ਨੇ, ਤੇ ਉਹ ਉਲਟਾ ਕਿਸਾਨਾਂ ਨੂੰ ਦੋਸ਼ੀ ਸਾਬਤ ਕਰ ਰਹੇ ਨੇ। ਦੂਜਾ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਤਾਂ ਜਿਹੜਾ ਅਮਲ ਦਾ ਰੂਪ ਦੇਣ ਵਾਸਤੇ ਅੱਗੇ ਗੱਲ ਤੋਰ ਸਕਦੀ ਹੈ, ਪਰ ਜਿਹੜਾ ਅਮਲੀ ਰੂਪ ਦੇਣਾ ਉਹ ਕਾਰਜਪਾਲਿਕਾ ਨੇ ਦੇਣਾ ਹੁੰਦਾ, ਤੇ ਕਾਰਜਪਾਲਿਕਾ ਕਾਨੂੰਨ ਸਾਜ਼ ਜਿਹੜੇ ਹੁੰਦੇ ਨੇ ਉਹਨਾਂ ਨੂੰ ਚਾਹੀਦਾ ਕਿ ਇਹ ਇੰਪਲੀਮੈਂਟ ਕਰਾਉਣ। ਪਰ ਹੁਣ ਸੁਣਵਾਈ 4 ਅਕਤੂਬਰ ਦੀ ਹੈ। ਗੱਲ ਤਾਂ ਇਹ ਹੈ ਨਾ ਕਿ ਹੁਣ ਜਿਹੜੀ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦਾ ਪੱਖ ਰੱਖਿਆ ਜਾਂਦਾ, ਇਹ ਜ਼ਰੂਰੀ ਬਣ ਜਾਂਦਾ ਕਿ ਉਹ ਜਿਹੜੇ ਹੁਣ ਕਾਨੂੰਨੀ ਲੜਾਈ ਵੀ ਜਿਹੜੀ ਹੈਗੀ ਨਾਲ ਤੁਰੇਗੀ, ਤਾਂ ਕਿ ਕਿਸਾਨਾਂ ਨੂੰ ਚਾਰੇ ਤਰਫੋਂ ਘੇਰਨ ਦੀ ਕੋਸ਼ਿਸ਼ ਕੀਤੀ ਜਾਏਗੀ ਵੀ ਕਿਸਾਨ ਇੱਧਰ ਵੀ ਬਿਜ਼ੀ ਹੋ ਜਾਣ, ਉੱਧਰ ਵੀ ਬਿਜ਼ੀ ਹੋਣ, ਇਹ ਫੈਸਲਾ ਇੱਧਰ ਨਾ ਲੈ ਸਕਣ, ਕੋਈ ਸੋਲਿਡ ਫੈਸਲਾ ਇੱਧਰ ਨਾ ਲੈ ਸਕਣ। ਤੇ ਸਾਰੀਆਂ ਧਿਰਾਂ ਜਿਹੜੀਆਂ ਇਕੱਠੀਆਂ ਹੋ ਕੇ ਬੀਜੇਪੀ ਦੇ ਨਾਲ ਜਿਹੜੀਆਂ ਚੱਲਦੀਆਂ ਨੇ, ਜਾਂ ਬੀਜੇਪੀ ਦੇ ਜਿਹੜੇ ਨਾਲ ਸਾਥ ਦਿੰਦੇ ਨੇ, ਉਹਨਾਂ ਵੱਲੋਂ ਇੱਕ ਸਕੰਜਾ ਟਾਈਪ ਕਹਿ ਲਓ ਆਪਾਂ, ਇੱਕ ਕੱਸਿਆ ਜਾਣਾ। ਪਰ ਸੁਚੇਤ ਨੇ ਕਿਸਾਨ ਜਥੇਬੰਦੀਆਂ ਵੀ ਸੁਚੇਤ ਨੇ, ਸਾਰੇ ਬੰਦੇ ਸੁਚੇਤ ਨੇ, ਉੱਥੇ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੇ ਮਾਨਯੋਗ ਸੁਪਰੀਮ ਕੋਰਟ ਹੈਗੀ ਆ, ਉਹਦੇ 'ਚ ਆਪਣਾ ਪੱਖ ਰੱਖਣਗੇ ਜ਼ਰੂਰ। ਜੀ ਬਿਲਕੁਲ ਪਰਮਿੰਦਰ ਜੀ, ਜੋ ਰਸਤੇ ਨੇ ਉਹ ਤਾਂ ਸਰਕਾਰ ਨੇ ਰੋਕੇ ਹੋਏ ਨੇ, ਕਿਸਾਨ ਤਾਂ ਸਾਈਡ ਤੇ ਬੈਠੇ ਨੇ, ਸਰਕਾਰ ਨੇ ਇਸ ਕਰਕੇ ਰੋਕੇ ਹੋਏ ਨੇ ਕਿਸਾਨ ਕਿਤੇ ਦਿੱਲੀ 'ਚ ਉਹ ਦਖਲ ਨਾ ਦੇ ਦੇਣ। ਦੂਜਾ, ਜੇਕਰ ਕਾਨੂੰਨਾਂ ਦੇ ਨਾਲ ਹੀ ਗੱਲ ਕਰੀਏ ਪਰਮਿੰਦਰ ਜੀ, ਕਿ ਲੱਗਦਾ ਕੀ ਹੈ ਸਰਕਾਰ ਨਾਲ ਕੋਈ ਮਸਲਾ ਹੱਲ ਹੋ ਜਾਊਗਾ? ਦੇਖੋ, ਕਰਨਾ ਪੈਣਾ, ਹੱਲ ਨਹੀਂ ਹੋ ਸਕਦਾ, ਕਰਨਾ ਪੈਣਾ। ਜੇ ਸਰਕਾਰ ਚਾਹੂਗੀ, ਜੇ ਬੀਜੇਪੀ ਚਾਹੇ ਜੀ, ਜੇ ਚਾਹੇ ਕਿ ਅਸੀਂ ਚੋਣਾਂ ਦੇ ਵਿੱਚ ਕੁਝ ਦੁਬਾਰਾ ਲੋਕਾਂ ਦੇ ਕੋਲ ਜਾ ਕੇ ਵੋਟਾਂ ਮੰਗ ਸਕੀਏ, ਜਾਂ ਜਿਹੜਾ ਦੁਬਾਰਾ ਅਸੀਂ ਸੱਤਾ ਪ੍ਰਾਪਤ ਕਰਨ ਦਾ ਯਤਨ ਕਰ ਸਕੀਏ, ਤਾਂ ਇਹ ਕਾਨੂੰਨ ਰੱਦ ਕਰਨੇ ਤਾਂ ਪੈਣੇ ਹੀ ਨੇ। ਆਮ ਲੋਕ ਜੁੜ ਚੁੱਕੇ ਨਾ ਅੰਦੋਲਨ ਨਾਲ, ਕਿਸੇ ਦੇ ਬੁਲਾਏ ਤੋਂ ਥੋੜੀ ਗਿਆ ਕੋਈ, ਉੱਥੇ ਕਿਸੇ ਨਾਲ ਧੱਕੇ ਨਾਲ ਖਿੱਚ ਕੇ ਤਾਂ ਲੈ ਕੇ ਨਹੀਂ ਗਿਆ, ਕੋਈ ਪੈਸੇ ਦਾ ਲਾਲਚ ਦੇ ਕੇ ਨਹੀਂ ਲੈ ਕੇ ਗਿਆ। ਜਿਵੇਂ ਰੈਲੀਆਂ 'ਚ ਇਹ ਇਕੱਠ ਕਰਦੇ ਨੇ, ਉਹ ਮਤਲਬ ਕਹਿ ਲਓ ਕਿ ਪਹਾੜੇ ਦੇ ਟੱਟੂ ਨਹੀਂ ਬੈਠੇ ਉੱਥੇ, ਉਹ ਬੰਦੇ ਬੈਠੇ ਨੇ ਜਿਹੜੇ ਸੁਹਿਰਦ ਨੇ, ਜਿਨ੍ਹਾਂ ਨੂੰ ਪਤਾ ਕਿ ਸਾਡੇ ਅਧਿਕਾਰਾਂ ਤੇ ਡਾਕਾ ਵੱਜ ਰਿਹਾ ਹੈ। ਔਰ ਖਾਸ ਗੱਲ ਇਹ ਕਹਿ ਦਵਾਂ ਕਿ ਉੱਥੇ ਜਿਹੜੀ ਸਟੇਜਾਂ ਲੱਗੀਆਂ ਨੇ, ਉਹਨਾਂ ਦੇ ਉੱਤੇ ਕੋਈ ਬੁੱਧੀਜੀਵੀ, ਚਿੰਤਕ, ਕਵੀ ਕਹਿ ਲਓ, ਪ੍ਰਚਾਰਕ ਕਹਿ ਲਓ, ਚਾਹੇ ਉਹ ਧਰਮ ਦੇ ਨੇ, ਚਾਹੇ ਰਾਜਨੀਤੀ ਦੇ ਪ੍ਰਚਾਰ ਕਰਨ ਵਾਲੇ ਨੇ, ਚਾਹੇ ਸਮਾਜਿਕ ਤੌਰ ਤੇ ਲੋਕਾਂ ਨਾਲ ਜੁੜੇ ਹੋਏ ਜਿਹੜੇ ਮਸਲੇ ਨੇ ਉਹਨਾਂ ਤੇ ਬੋਲਣ ਵਾਲੇ ਨੇ, ਉਹ ਸਾਰੀਆਂ ਸਟੇਜਾਂ ਦੇ ਉੱਤੇ ਉੱਥੇ ਬੋਲ ਰਹੇ ਨੇ। ਉਹਨਾਂ ਨਾਲ ਲੋਕ ਜਾਗਰੂਕ ਹੋ ਰਹੇ ਨੇ, ਉਹਨਾਂ ਨੂੰ ਆਪਣੇ ਅਧਿਕਾਰਾਂ ਦੀ ਗੱਲ ਸਮਝ ਆ ਰਹੀ ਹੈ,
ਉਹਨਾਂ ਨੂੰ ਆਪਣੇ ਫਰਜ਼ਾਂ ਦੀ ਗੱਲ ਸਮਝ ਆ ਰਹੀ ਹੈ। ਤਾਂ ਹੀ ਇਹ ਮਾਹੌਲ ਸਿਰਜਿਆ ਦੇਸ਼ ਦੇ ਵਿੱਚ, ਤਾਂ ਹੀ ਇਦਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਕਿ ਲੋਕ ਹੁਣ ਆਪ ਖੜੇ ਹੋ ਕੇ ਪੁੱਛਣ ਲੱਗ ਗਏ। ਹੁਣ ਜਿਵੇਂ ਰਾਜਾ ਵੜਿੰਗ ਨੂੰ ਪੁੱਛਿਆ ਹੀ ਆ, ਉਹ ਕਿਸਾਨਾਂ ਨੇ ਪੁੱਛਿਆ ਤੇ ਹੁਣ ਉਹ ਖਿੱਚ ਗਿਆ, ਖਿੱਚ ਕੇ ਉਹਨੇ ਬਜਾਏ ਕਿ ਮੂੰਹ ਰਾਹੀਂ ਗੁੱਸਾ ਕੱਢਦਾ, ਉਹ ਥੱਪ ਥਪਾਣ ਦੇ ਬਹਾਨੇ ਉਹਨੂੰ ਐਡੀ ਜ਼ੋਰ ਦੀ ਮਾਰਦਾ ਦਿਖ ਰਿਹਾ ਕਿ ਆਪਣੀ ਭੜਾਸ ਕੱਢਦਾ ਦਿਖਦਾ ਹੈ। ਤਾਂ ਜੇ ਕੋਈ ਕੁਐਸਚਨ ਤਾਂ ਪੁੱਛੇਗਾ ਹੀ ਤੁਹਾਨੂੰ, ਜੇ ਵੋਟ ਦਿੱਤੀ ਹੈ ਬਿਲਕੁਲ, ਤੇ ਤੁਸੀਂ ਉਹਦਾ ਜਵਾਬ ਨਿਮਰਤਾ ਨਾਲ ਤੁਹਾਡਾ ਦੇਣਾ ਫਰਜ਼ ਬਣਦਾ ਹੈ। ਚਾਹੇ ਉਹ ਤੁਹਾਨੂੰ ਤੂੰ ਕਹਿ ਕੇ ਵੱਡਾ ਹੈ ਤਾਂ ਤੂੰ ਕਹਿ ਕੇ ਬੁਲਾ ਸਕਦਾ, ਤੁਸੀਂ ਕੋਈ ਉਹ ਥੋੜੀ ਹੋ ਵੀ ਹਾਂ ਤੁਹਾਡੀ ਕੋਈ ਆਦਰ ਸਤਿਕਾਰ ਕਰੇ। ਜਦੋਂ ਤੁਸੀਂ ਡੰਡੇ ਮਾਰਦੇ ਹੋ ਵੋਟਰਾਂ ਦੇ, ਤੁਹਾਡੀਆਂ ਸਰਕਾਰਾਂ ਹੁੰਦੀਆਂ, ਤੁਹਾਡੇ ਇਸ਼ਾਰਿਆਂ ਦੇ ਉੱਤੇ ਚੱਲਦਾ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਸਾਡੇ ਬਜ਼ੁਰਗ, ਸਾਡੀਆਂ ਭੈਣਾਂ ਸੀ ਤਾਂ ਇਹਨਾਂ ਦਾ ਇੱਜ਼ਤ ਕਰਨਾ, ਇਹਨਾਂ ਨੇ ਸਾਨੂੰ ਇੱਥੇ ਕੁਰਸੀਆਂ ਬਖਸ਼ੀਆਂ ਨੇ। ਤੇ ਹੁਣ ਜੇ ਤੁਹਾਨੂੰ ਕੋਈ ਕਹਿ ਵੀ ਦਿੰਦਾ ਤਾਂ ਕੋਈ ਗੱਲ ਨਹੀਂ, ਫਿਰ ਕੀ ਹੈ, ਤੁਸੀਂ ਇੱਕ ਸੇਵਾਦਾਰ ਵਜੋਂ ਉੱਦਾਂ ਦਾ ਕਹਿੰਦੇ ਹੋ ਅਸੀਂ ਸੇਵਾ ਕਰਨੀ ਹੈ ਲੋਕਾਂ ਦੀ। ਤੇ ਆਹ ਜੇ ਤੁਹਾਨੂੰ ਕੋਈ ਕਹਿ ਵੀ ਦਿੰਦਾ ਕੁਛ ਜਾਂ ਕੁਐਸਚਨ ਕਰਨਾ, ਫਿਰ ਤੁਹਾਨੂੰ ਬੁਰਾ ਲੱਗਦਾ, ਉਹ ਤੁਸੀਂ ਫਿਰ ਪਰਚੇ ਦੇਣ ਤੱਕ ਵੀ ਜਾਂਦੇ ਹੋ ਤੁਸੀਂ ਉਹਨਾਂ ਦੇ। ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਲੋਕ ਉੱਥੋਂ ਜਾਗਰੂਕ ਹੋਏ ਨੇ। ਜਾਗਰੂਕਤਾ ਦਾ ਹੀ ਕਾਰਨ ਹੈ ਕਿ ਲੋਕ ਜਿਹੜੇ ਹੈਗੇ ਨੇ ਹੁਣ ਇਹਨਾਂ ਨੂੰ ਪੋਲੀਟੀਸ਼ੀਅਨ ਜਿਹੜੇ ਬਣੇ ਨੇ, ਆਗੂ ਬਣੇ ਬੈਠੇ ਨੇ, ਜਿਹੜੇ ਲਗਾਤਾਰ ਸੱਤਾ ਭੋਗਦੇ ਰਹੇ ਨੇ, ਲੋਕਾਂ ਨੂੰ ਕੁੱਟਦੇ ਲੁੱਟਦੇ ਰਹੇ ਨੇ, ਉਹਨਾਂ ਨੂੰ ਸਵਾਲ ਹੋਣ ਲੱਗੇ ਆ ਜਿਹੜੇ। ਜੀ ਪਰਮਿੰਦਰ ਜੀ, ਤੁਸੀਂ ਰਾਜਾ ਵੜਿੰਗ ਦੀ ਗੱਲ ਕੀਤੀ, ਹੁਣ ਕਾਂਗਰਸ ਪਾਰਟੀ ਦੀ ਗੱਲ ਕਰ ਲੈਂਦੇ ਹਾਂ। ਹੁਣ ਕਾਂਗਰਸ ਪਾਰਟੀ ਦਾ ਜੋ ਕੱਟ ਆਫ ਪਲੇਸ ਸਾਹਮਣੇ ਹੈ ਸਭ ਦੇ, ਕਿ ਇਹਦੇ ਵਿੱਚ ਵਾਪਰ ਕੇ ਰਿਹਾ। ਹੁਣ ਕਹਿੰਦੇ ਤਾਲਮੇਲ ਕਮੇਟੀ ਬਣਾ ਕੇ ਅਸੀਂ ਕਾਂਗਰਸ ਦਾ ਜੋ ਆਪਸੀ ਮਸਲਾ ਇਹ ਸੁਲਝਾ ਲਾਂਗੇ। ਇੱਕ ਤਾਂ ਇਲੈਕਸ਼ਨ ਦੇ ਵਿੱਚ ਸਮਾਂ ਬੜਾ ਥੋੜਾ ਰਹਿ ਗਿਆ, ਲੋਕਾਂ ਨੂੰ ਆਸ ਸੀ ਕਿ ਜੇਕਰ ਸੀਐਮ ਚੇਂਜ ਕੀਤੇ ਗਏ ਨੇ ਪੰਜਾਬ ਦੇ, ਤਾਂ ਲੋਕਾਂ ਦਾ ਕੋਈ ਨਾ ਕੋਈ ਭਲਾ ਹੋ ਜਾਊਗਾ, ਲੋਕਾਂ ਲਈ ਕੁਝ ਨਿਕਲ ਕੇ ਆ ਜਾਊਗਾ। ਤਾਂ ਪੰਜਾਬ ਦਾ ਭਲਾ ਤਾਂ ਕੀ ਕਰਨਾ ਸੀ, ਇਹ ਆਪਣੀ ਤਾਲਮੇਲ ਕਮੇਟੀ ਬਣਾ ਕੇ ਹੁਣ ਕਹਿੰਦੇ ਸਾਡਾ ਹੀ ਕੁਝ ਬਣ ਜੇ। ਬਿਲਕੁਲ ਗੁਰਜਿੰਦਰ ਜੀ, ਜਿਹੜੀ ਗੱਲ ਤੁਰੀ ਸੀਗੀ ਉਹ ਤੋਂ ਲੋਕਾਂ ਨੂੰ ਵੱਡੀਆਂ ਆਸਾਂ ਸੀਗੀਆਂ, ਖਾਸ ਕਰ ਨਵਜੋਤ ਸਿੰਘ ਸਿੱਧੂ ਨਾਲ ਹੋਰ ਜਿਹੜੀ ਟੀਮ ਤੁਰੀ ਸੀਗੀ, ਸਾਰੇ ਲੋਕ ਬੜੀਆਂ ਵੱਡੀਆਂ ਆਸਾਂ ਲੈ ਕੇ ਬੈਠੇ ਸੀਗੇ ਕਿ ਬਹੁਤ ਕੁਝ ਹੋ ਜਾਏਗਾ, ਬਦਲ ਆ ਜਾਏਗਾ ਜੀ, ਫਲਾਣਾ ਆ ਜਾਏਗਾ ਜੀ। ਹੁਣ ਰੌਲਾ ਪਾਣਗੇ, ਦੇਖ ਲਓ ਤੁਸੀਂ ਸੋਸ਼ਲ ਮੀਡੀਆ ਤੇ ਕਿ ਟਾਈਮ ਹੀ ਨਹੀਂ ਹੈਗਾ ਲੋਕ ਇਹਨਾਂ ਕੋਲ, ਟਾਈਮ ਕਿਹੜਾ ਮਿਲਿਆ ਇਹਨਾਂ ਨੂੰ। ਗੱਲ ਇਹ ਕਰਨਗੇ ਹੁਣ ਉਹੀ ਲੋਕ ਨੇ ਜਿਹੜੇ ਪਹਿਲਾਂ ਕਹਿੰਦੇ ਸੀ ਕਿ ਬਦਲ ਦਿਓ, ਜਦੋਂ ਪਹਿਲਾਂ ਤੁਹਾਨੂੰ ਅਕਲ ਨਹੀਂ ਸੀ ਜਾਂ ਤੁਸੀਂ ਮੂਰਖ ਥੋੜੀ ਹੋ। ਜੇ ਤੁਸੀਂ ਇੰਨਾ ਸੋਚ ਸਕਦੇ ਹੋ ਕਿ ਇਹ ਬੰਦਾ ਭਲਾ ਕਰ ਸਕਦਾ ਪੰਜਾਬ ਦਾ, ਤਾਂ ਤੁਹਾਨੂੰ ਇਹ ਨਹੀਂ ਪਤਾ ਵੀ ਕਿੰਨੇ ਸਮੇਂ 'ਚ ਹੋ ਸਕਦਾ ਭਲਾ। ਜੇ ਭਲਾ ਹੋਣ ਦੀ ਗੱਲ ਤੁਹਾਨੂੰ ਲੱਗੀ ਤਾਂ ਹੀ ਤੁਸੀਂ ਕਿਹਾ। ਫਿਰ ਜੇ ਹੁਣ ਭਲਾ ਨਹੀਂ ਕਰ ਰਹੇ, ਹੁਣ ਸਮਾਂ ਥੋੜਾ ਰਹਿ ਗਿਆ, ਇਹ ਕਹਿਣ ਦਾ ਮਤਲਬ ਨਹੀਂ, ਇਹਦਾ ਸਮਾਂ ਇਹਨਾਂ ਨੇ ਵੇਸਟ ਕੀਤਾ। ਹਲੇ ਪਰਮਿੰਦਰ ਜੀ, ਫੈਸਲਾ ਲੈਣ ਨੂੰ ਕਿੰਨਾ ਵਕਤ ਲੱਗਦਾ? ਇਹ ਵੇਸਟ ਕਰ ਰਹੇ ਨੇ ਸਮਾਂ। ਇਹਨਾਂ ਨੂੰ ਪਤਾ ਹੈ ਕਿ ਮੁੱਦੇ ਜਿਹੜੇ ਹੈਗੇ ਨੇ ਉਹ ਇੰਨੀ ਛੇਤੀ ਇਹ ਹੱਲ ਹੋਣ ਵਾਲੇ ਵੀ ਨਹੀਂ ਹੈਗੇ। ਜੇ 5 ਸਾਲ ਕੈਪਟਨ ਅਮਰਿੰਦਰ ਸਿੰਘ ਲੰਘਾ ਸਕਦਾ, ਇਹ 100 ਦਿਨ ਨਹੀਂ ਲੰਘਾ ਸਕਦੇ, ਇਹਨਾਂ ਨੇ ਲੰਘਾ ਦੇਣੇ ਨੇ। ਗੱਲ ਕੁਛ ਨਹੀਂ ਹੈਗੀ, ਗੱਲ ਦਾ ਫੈਸਲਾ ਤਾਂ 1 ਮਿੰਟ ਹੋ ਜਾਣਾ। ਪਰ ਇਹ ਜਿਹੜੇ ਕੁਛ ਮਸਲੇ ਇਦਾਂ ਨੇ ਜਿਹੜੇ ਕੋਰਟਾਂ ਦੇ ਵਿੱਚ, ਹਾਈ ਕੋਰਟ ਜਾਂ ਲੋਅਰ ਕੋਰਟ, ਜਿਹੜੀਆਂ ਵੀ ਕੋਰਟਾਂ ਦੇ ਵਿੱਚ ਚੱਲਦੇ ਨੇ, ਤਾਂ ਉੱਥੋਂ ਨਿਆਂਪਾਲਿਕਾ ਦਾ ਇਨਸਾਫ ਹੋਣਾ ਹੈ। ਉੱਥੇ ਤਾਂ ਬਥੇਰਾ ਕੁਛ ਹੁੰਦਾ ਹੈ, ਸਬੂਤ ਚਾਹੀਦੇ ਨੇ, ਜਾਂਚ ਚੱਲ ਰਹੀ ਹੈ, ਕਿਤੇ ਕੋਈ ਸਿੱਟ ਦਾ ਰੌਲਾ, ਕਿਤੇ ਕੋਈ ਹੋਰ ਜਾਂਚ ਹੈ, ਉਹ ਪਈਆਂ ਨੇ ਫਾਈਲਾਂ ਕਿਤੇ। ਇਹ ਸਾਰਾ ਕੁਛ ਅਦਾਲਤਾਂ 'ਚ ਹੋਣਾ। ਇਹਦੇ ਵਿੱਚ ਵੱਧ ਤੋਂ ਵੱਧ ਕੀ ਹੈ ਕਿ ਤੁਸੀਂ ਇੱਕ ਸਬੂਤ ਲੈ ਕੇ ਅੱਗੇ ਜਾ ਕੇ ਪੇਸ਼ ਕਰ ਸਕਦੇ ਹੋ, ਜਾਂਚ ਤੇਜ਼ੀ ਨਾਲ ਕਰਵਾ ਸਕਦੇ ਹੋ, ਪਰ ਉਹ ਵੀ ਨਹੀਂ ਹੋ ਰਿਹਾ। ਹੁਣ ਤਾਂ ਹਾਲੇ ਤਾਂ ਉਲਝੇ ਹੀ ਪਏ ਨੇ ਕਿ ਮੈਨੂੰ ਕੁਰਸੀ, ਮੈਂ ਲੋਕਾਂ ਦਾ ਭਲਾ ਤਾਂ ਹੈ ਹੀ ਨਹੀਂ ਇੱਥੇ, ਸਾਰੇ ਬਸ ਮੈਂ ਤੇ ਆ ਗਏ ਹੁਣ। ਠੀਕ ਹੈ ਵੀ ਮੈਂ ਉਹ ਕਹਿੰਦਾ ਮੈਂ ਤੇ ਕੁਰਸੀ, ਰੌਲਾ ਕੁਰਸੀ ਦਾ ਪੈ ਗਿਆ। ਪਹਿਲਾਂ ਹੀ ਕੁਰਸੀ ਦਾ ਸੀ, ਆਪਾਂ ਤਾਂ ਬਹੁਤ ਵਾਰ ਕਿਹਾ ਹੈ ਕਿ ਸਮਝ ਲਓ ਪਹਿਲੇ ਆਪਣੇ ਜਿਹੜੇ ਐਪੀਸੋਡ ਬਣੇ ਨੇ ਉਹਨਾਂ ਦੇ ਵਿੱਚ ਹੀ ਦੱਸਦਾ ਸੀ ਕਿ ਰੌਲਾ ਕੁਰਸੀ ਦਾ, ਇਹ ਸਿਰਫ ਮੁੱਦਿਆਂ ਦੀ ਤਾਂ ਗੱਲ ਕੀਤੀ ਜਾ ਰਹੀ ਹੈ। ਠੀਕ ਹੈ, ਹੁਣ ਸਭ ਦੇ ਸਾਹਮਣੇ ਆ ਗਿਆ। ਤੇ ਦੂਜੀ ਗੱਲ ਜਿਹੜੀ ਹੈਗੀ ਹੈ, ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਤਾਲਮੇਲ ਕਮੇਟੀ, ਦੇਖੋ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ, ਅਸਤੀਫਾ ਦੇਣ ਤੋਂ ਬਾਅਦ ਹੁਣ ਫੇਰ ਦੁਬਾਰੇ ਕਹਿੰਦੇ ਜੀ ਮੰਨ ਗਏ ਗੁਰੂ ਤਾਂ ਉਹ ਪ੍ਰਧਾਨ ਬਣੇ ਰਹਿਣਗੇ। ਇੱਕ ਪਤਾ ਨਹੀਂ ਕੀ ਚੀਜ਼ ਹੈ ਇਹ। ਜੇ ਤੁਸੀਂ ਪ੍ਰਧਾਨਗੀ ਲਈ ਹੈ ਤਾਂ ਉਹਦਾ ਕੰਮ ਕਰੋ, ਬਕਾਇਦਾ ਤੌਰ ਤੇ ਲੋਕਾਂ ਨੂੰ ਦਿਖਾਓ ਕਿ ਪ੍ਰਧਾਨਗੀ ਏਦਾਂ ਹੁੰਦੀ ਹੈ। ਚਰਨਜੀਤ ਸਿੰਘ ਚੰਨੀ ਨੂੰ ਜੇ ਸੀਐਮ ਬਣਾਇਆ ਤਾਂ ਉਹ ਦਿਖਾਣ ਕੇ ਸੀਐਮਸ਼ਿਪ ਜਿਹੜੀ ਹੁੰਦੀ ਹੈ ਉਹ ਏਦਾਂ ਹੁੰਦੀ ਹੈ, ਕੰਮ ਨਾਲ ਹੋਊਗੀ। ਤੇ ਤਾਲਮੇਲ ਕਮੇਟੀ ਬਣਾ ਕੇ ਇਹ ਤਾਂ ਇੱਕ ਗੱਲ ਕਰਤੀ ਕਿ ਪਹਿਲਾਂ ਸੀਐਮ ਆਪਣੀ ਗੱਲ ਕਰੇਗਾ, ਫਿਰ ਸੰਗਠਨ ਜਿਹੜਾ ਸਿੱਧੂ ਦਾ ਸੰਗਠਨ ਹੈ ਉਹ ਆਪਣੀ ਗੱਲ ਕਰੇਗਾ, ਫਿਰ ਤਾਲਮੇਲ ਕਮੇਟੀ ਕੋਲੋਂ ਗੱਲ ਜਾਊਗੀ, ਫਿਰ ਤਾਲਮੇਲ ਕਮੇਟੀ ਹਾਈ ਕਮਾਂਡ ਕੋਲੋਂ ਗੱਲ ਕਰੇਗੀ, ਉੱਥੋਂ ਫੈਸਲਾ ਆਊਗਾ, ਫਿਰ ਉਹ ਫੈਸਲਾ ਦੋਵਾਂ ਨੂੰ ਦੱਸ ਦਿਆ ਜਾਊਗਾ ਵੀ ਇਹ ਫੈਸਲਾ ਵੀ ਇਹ ਮਨਜ਼ੂਰ ਕਰੂ। ਯਾਨੀ ਕਿ ਕੰਮ ਹਾਈ ਕਮਾਂਡ ਤੋਂ ਹੋਣਾ। ਤਾਲਮੇਲ ਕਮੇਟੀ ਬਸ ਇਹਨਾਂ ਦੋਵਾਂ ਨੂੰ ਫਰਕ ਪਾ ਕੇ ਰੱਖੂਗੀ, ਵਿਚਕਾਰ ਆਪ ਖੜ ਗਈ, ਆਪ ਹਾਈ ਕਮਾਂਡ ਨਾਲ ਸਿੱਧੀ ਜੁੜ ਗਈ। ਹਾਈ ਕਮਾਂਡ ਨੇ ਬਣਾਈ ਹੈ ਤਾਲਮੇਲ ਕਮੇਟੀ। ਤੇ ਹੁਣ ਕੰਮ ਕੀ ਹੋਣੇ ਨੇ ਜੀ। ਪਰਮਿੰਦਰ ਜੀ, ਕਾਂਗਰਸ ਨੂੰ ਲੈ ਕੇ 2 ਸਵਾਲ। ਜਦੋਂ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਸੀ ਪ੍ਰਧਾਨਗੀ ਤੋਂ, ਉਹਨਾਂ ਨੇ ਸੋਸ਼ਲ ਮੀਡੀਆ ਵੀਡੀਓ ਪਾ ਕੇ ਕਿਹਾ ਸੀ ਕਿ ਆਹ ਕਾਰਨ ਰਹੇ ਨੇ।
ਹੁਣ ਫਿਰ ਗ੍ਰਹਿਣ ਕਰ ਲਿਆ ਉਹਨਾਂ ਨੇ। ਫਿਰ ਹੁਣ ਵੀ ਉਹ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਦੱਸਣ ਕਿ ਮੈਂ ਇਸ ਗੱਲੋਂ ਹੁਣ ਦੁਬਾਰੇ ਵਾਪਸ ਆ ਗਿਆ ਆਪਣੇ ਉਹਦੇ ਉੱਤੇ। ਦੂਜਾ, ਕਾਂਗਰਸ ਪਾਰਟੀ ਕੋਲ ਸਮਾਂ ਬੜਾ ਥੋੜਾ, ਕਿਤੇ ਜੋ ਹੁਣ ਕੈਬਨਿਟ ਹੈ ਕਾਂਗਰਸ ਪਾਰਟੀ ਦੀ, ਚਾਹੇ ਸੀਐਮ ਚੰਨੀ ਨੇ, ਕਿ ਲੋਕਾਂ ਦੇ ਵਿੱਚ ਇਹ ਗੱਲ ਲੈ ਕੇ ਜਾਣਗੇ ਕਿ ਆਹ ਦੇਖੋ ਭਾਈ ਸਾਨੂੰ ਇੰਨਾ ਕੁ ਸਮਾਂ ਮਿਲਿਆ ਸੀ, ਇੰਨੇ ਕੁ ਸਮੇਂ 'ਚ ਅਸੀਂ ਇੰਨਾ ਕੁ ਕੁਛ ਕਰਤਾ, ਹੁਣ ਤੁਸੀਂ ਸਾਨੂੰ ਦੁਬਾਰੇ ਵੋਟ ਪਾਓ ਤੇ ਸਾਨੂੰ ਸਮਾਂ ਸਾਨੂੰ ਥੋੜਾ ਮਿਲਿਆ, ਇਸ ਕਰਕੇ ਅਸੀਂ ਕੰਮ ਨਹੀਂ ਕਰ ਪਾਏ, ਤੁਸੀਂ ਸਾਨੂੰ 5 ਸਾਲ ਦਾ ਹੋਰ ਸਮਾਂ ਦਿਓ, ਫਿਰ ਅਸੀਂ ਕੰਮ ਕਰਾਂਗੇ। ਹਾਂ, ਬਿਲਕੁਲ ਬਿਲਕੁਲ, ਜਾਣਾ ਤਾਂ ਇਹੀ ਕਰਕੇ ਹੈ ਇਹਨਾਂ ਨੇ। ਪਰ ਗੱਲ ਗੁਰਜਿੰਦਰ ਜੀ ਇਹ ਹੈ ਕਿ ਬੋਲਣ ਨਾਲੋਂ, ਬਿਆਨਬਾਜ਼ੀ ਨਾਲੋਂ, ਟਵਿੱਟਰ ਖੇਡਣ ਨਾਲੋਂ, ਜੇ ਤੁਸੀਂ ਉਹੀ ਸਮਾਂ, ਹੁਣ ਕਹਿੰਦੇ ਜੀ ਰਾਤਾਂ ਨੂੰ ਬੈਠ ਕੇ ਸੀਐਮ ਸਾਹਿਬ ਕੰਮ ਕਰ ਰਹੇ ਨੇ, ਭਲਾ ਉਹ ਕੰਮ ਕਰਨ ਦੀ ਕਿਹੜੀ ਲੋੜ ਹੈ? ਜਿਨ੍ਹਾਂ ਦੀ ਲੋੜ ਹੀ ਨਹੀਂ ਸੀ ਪਹਿਲਾਂ, ਹਾਲੇ ਉਹਨਾਂ ਨੂੰ ਤਾਂ ਟਾਈਮ ਵੀ ਲੱਗ ਸਕਦਾ, ਕੋਈ ਹੋਰ ਟਾਈਮ ਲੈ ਲਓ। ਜਿਹੜੇ ਮੁੱਦੇ ਅਸਲੀ ਨੇ ਉਹਨਾਂ ਦੇ ਉੱਤੇ ਆਓ ਨਾ, ਜਿਨ੍ਹਾਂ ਦੀ ਤੁਸੀਂ ਗੱਲ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਿਆ। ਹੁਣ ਲੋਕਾਂ ਦਾ ਤੁਸੀਂ ਵਿਸ਼ਵਾਸ ਤੋੜੋ। ਪਹਿਲਾਂ ਸਹੁੰ ਖਾ ਕੇ ਕੈਪਟਨ ਅਮਰਿੰਦਰ ਨੇ ਤੋੜਿਆ ਵਿਸ਼ਵਾਸ ਲੋਕਾਂ ਦਾ, ਗੁਟਕਾ ਸਾਹਿਬ ਦੀ ਸਹੁੰ ਖਾ ਕੇ 4.5 ਸਾਲ ਉਹਨਾਂ ਨੇ ਕੱਖ ਨਹੀਂ ਕਰਿਆ ਤੇ ਉਹਨਾਂ ਨੇ ਤੋੜਿਆ ਵਿਸ਼ਵਾਸ ਲੋਕਾਂ ਦਾ। ਹੁਣ ਤੁਸੀਂ ਗੱਲ ਕੀਤੀ ਕਿ ਅਸੀਂ ਮੁੱਦੇ ਸੋਲਵ ਕਰ ਦਾਂਗੇ ਜੀ, ਅਸੀਂ ਸਮਝੌਤੇ ਰੱਦ ਹੋਣੇ ਚਾਹੀਦੇ ਨੇ, ਉਹਦੇ ਟਵੀਟ ਪਏ ਨੇ ਨਵਜੋਤ ਸਿੰਘ ਸਿੱਧੂ ਦੇ, ਬਿਜਲੀ ਸਮਝੌਤਿਆਂ ਬਾਰੇ, ਬੇਅਦਬੀ, ਨਸ਼ੇ, ਸਾਰਿਆਂ ਦੇ ਬਾਰੇ ਟਵੀਟ ਪਏ ਨੇ, ਠੀਕ ਹੈ ਜੀ। ਤਾਂ ਉਹ ਕਿਉਂ ਨਹੀਂ ਕਰ ਰਹੇ? ਉਹਨਾਂ ਤੇ ਕਿਉਂ ਨਹੀਂ ਗੱਲ ਹੁੰਦੀ? ਹੁਣ ਕਹਿੰਦੇ ਜੀ ਫਲਾਣਾ ਅਫਸਰ ਆਊਗਾ ਤਾਂ ਹੋਊ, ਪਹਿਲਾਂ ਕਹਿੰਦੇ ਜੇ ਅਸੀਂ ਆ ਗਏ ਤਾਂ ਹੋਊਗਾ, ਹੁਣ ਕਹਿੰਦੇ ਜੇ ਫਲਾਣਾ ਅਫਸਰ ਲਾਉਂਗੇ ਤਾਂ ਹੋਊਗਾ। ਇਹ ਕੀ ਗੱਲਾਂ ਨੇ? ਤੁਸੀਂ ਕੰਮ ਤੁਸੀਂ ਕਰਾਉਣਾ, ਪਾਵਰ ਤੁਸੀਂ ਹੋ, ਪਾਵਰ ਹੁਣ ਤੁਹਾਡੇ ਹੱਥਾਂ 'ਚ ਹੈ। ਹੁਣ ਜੇ ਅਫਸਰ ਤੁਹਾਡੀ ਨਾ ਮੰਨੇ, ਫਿਰ ਤੁਹਾਡੀ ਪਾਵਰ ਕਾਹਦੀ ਹੈ? ਫਿਰ ਤੁਸੀਂ ਕੰਮ ਕੀ ਕਰਨ ਵਾਸਤੇ ਬੈਠੇ ਹੋ ਬਈ? ਫਿਰ ਤਾਂ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰੀਏ, ਪਹਿਲਾਂ ਕੈਪਟਨ ਨੇ ਕਰੀ, ਹੁਣ ਤੁਸੀਂ ਕਰ ਰਹੇ, ਫਰਕ ਤਾਂ ਕੋਈ ਨਹੀਂ ਰਿਹਾ। ਫਿਰ ਜਿਹੋ ਜਿਹਾ ਉਹਨੂੰ ਹਟ ਜਾਣਾ ਚਾਹੀਦਾ, ਉਹਨਾਂ ਨੂੰ ਤੁਸੀਂ ਹਟਾਤਾ, ਹੁਣ ਤੁਹਾਨੂੰ ਲੋਕ ਹਟਾ ਦੇਣਗੇ। ਕੰਮ ਤਾਂ ਫੇਰ ਨਹੀਂ ਸਿਰੇ ਚੜਿਆ ਪੰਜਾਬ ਦਾ। ਤਾਂ ਕੀ ਸਮਝ ਰਿਹਾ ਪੰਜਾਬ ਨੇ? ਜੇ ਬਦਲ ਵੀ ਦੇਤਾ, ਤੁਹਾਨੂੰ ਲਿਆ ਕੇ ਪਾਵਰ ਲਿਆ ਤੇ ਦੇਤੀ, ਤੁਸੀਂ ਫੇਰ ਉਹੀ ਕੰਮ ਕਰ ਰਹੇ ਹੋ। ਕੰਮ ਤਾਂ ਤੁਸੀਂ, ਕਾਰਗੁਜ਼ਾਰੀ ਤਾਂ ਤੁਸੀਂ ਕੋਈ ਨਹੀਂ ਕੀਤੀ। ਸੋ ਇਹ ਜਿਹੜੀ ਗੱਲ ਹੈ ਨਾ, ਜਿਹੜਾ ਕੁਝ ਦਿਖਣਾ 5 ਸਾਲ ਅਗਲਿਆਂ ਵਾਸਤੇ ਵੀ ਇੱਕ ਗੱਲ ਕਰਨੀ ਹੈ ਤਾਂ ਤੁਹਾਡੇ ਕੰਮ ਦੇ ਵਿੱਚੋਂ ਹੋਣੀ ਹੈ। ਜੇ ਕੰਮ ਕਰੋਗੇ ਤਾਂ ਤੁਹਾਨੂੰ ਲੋਕਾਂ ਨੇ, ਨਹੀਂ ਤਾਂ ਮੰਗੀ ਜਾਓ ਵੋਟਾਂ। ਮੰਗਣ ਦਾ ਤੂੰ ਰੋਕ ਨਹੀਂ ਸਕਦਾ ਕੋਈ ਵੋਟ ਮੰਗਣ ਤੋਂ। ਤੁਸੀਂ ਲੋਕਤੰਤਰ ਦੇ ਵਿੱਚ ਬੈਠੇ ਹੋ, ਤੁਸੀਂ ਘਰ ਜਾ ਕੇ ਕਹਿ ਸਕਦੇ ਹੋ ਮੈਨੂੰ ਵੋਟ ਪਾਓ, ਤੇ ਇਹਦੇ ਵਿੱਚ ਕੋਈ ਰੋਕ ਟੋਕ ਨਹੀਂ। ਉਦੋਂ ਲੋਕਾਂ ਨੇ ਦੇਖਣਾ ਕਿ ਤੁਹਾਨੂੰ ਘਰਾਂ 'ਚ ਵਾੜਨਾ ਹੈ ਜਾਂ ਨਹੀਂ ਵਾੜਨਾ। ਜੀ ਪਰਮਿੰਦਰ ਜੀ, ਤੁਸੀਂ ਬਿਜਲੀ ਸਮਝੌਤਿਆਂ ਦੀ ਗੱਲ ਕੀਤੀ, ਹੁਣ ਫਿਰ ਬਿਜਲੀ ਸਮਝੌਤਿਆਂ ਦਾ ਰੌਲਾ ਪੈਂਦਾ, ਬਿਜਲੀ ਦਾ ਰੌਲਾ ਪੈਂਦਾ। ਹਾਲਾਂਕਿ ਆਪ ਪਾਰਟੀ ਨੇ ਵੀ ਕਿਹਾ ਸੀ ਕਿ ਅਸੀਂ 300 ਯੂਨਿਟ ਮਾਫ ਕਰ ਦਾਂਗੇ। ਉਸ ਤੋਂ ਬਾਅਦ ਅਕਾਲੀ ਦਲ ਦੇ ਸਮਝੌਤਿਆਂ ਦਾ ਬਲੇਮ ਲੱਗਦਾ। ਕਾਂਗਰਸ ਪਾਰਟੀ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਅਸੀਂ ਸਮਝੌਤੇ ਇਹ ਰੱਦ ਕਰ ਦਾਂਗੇ, ਚਲੋ ਹੁਣ ਉਹ ਕੁਰਸੀ ਤੇ ਨਹੀਂ ਰਹੇ। ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਪਾਰਟੀ ਹੋ ਗਈ, ਚਾਹੇ ਆਪ ਪਾਰਟੀ ਹੋ ਗਈ, ਸ਼੍ਰੋਮਣੀ ਅਕਾਲੀ ਦਲ ਹੋ ਗਿਆ, ਕੀ ਬਿਜਲੀ ਵਾਲੇ ਮਸਲੇ ਦੇ ਉੱਤੇ ਸੁਹਿਰਦ ਨੇ ਕਿ ਲੋਕਾਂ ਦੇ ਵਿੱਚ ਕੁਝ ਕੱਢ ਕੇ ਦੇਣਗੇ? ਜੇਕਰ ਉਹ ਆਪਣੇ ਕਹਿੰਦੇ ਅਸੀਂ ਵਾਅਦੇ ਪੂਰੇ ਕਰ ਦਾਂਗੇ, ਜੇ ਸੱਤਾ ਦੇ ਵਿੱਚ ਆਉਂਦੇ ਤਾਂ ਫਿਰ ਉਹ ਰੈਵਨਿਊ ਪੈਸਾ ਕਿੱਥੋਂ ਆਊਗਾ? ਉਹ ਦੇਖੋ, ਰੈਵਨਿਊ ਬਾਰੇ ਤਾਂ ਗੱਲ ਹੀ ਨਾ ਕਰੋ। ਆ ਮੇਰੇ ਕੋਲ ਕੁਝ ਅੰਕੜੇ ਨੇ, ਇਹਦੇ ਵਿੱਚ ਲਿਖਿਆ ਕਿ ਪੰਜਾਬ ਦੇ ਵਿੱਚ ਕੁੱਲ 95,22,265 ਬਿਜਲੀ ਕਨੈਕਸ਼ਨ ਨੇ, 69,15,422 ਘਰੇਲੂ ਨੇ। ਜੇ ਤੁਸੀਂ ਇਹਨਾਂ ਦੇ ਵਿੱਚ ਦੇਖਿਆ ਜਾਵੇ ਬਿਜਲੀ ਦੀ ਪੈਦਾਵਾਰ ਜਾਂ ਹੋਰ ਸਾਰਾ ਕੁਝ ਅੰਕੜੇ ਦੇਖੇ ਜਾਓ ਤਾਂ ਤੁਸੀਂ ਪਾਵਰਕੌਮ ਜਿਹੜੀ ਹੈਗੀ ਹੈ ਉਹਨੂੰ ਬਿਜਲੀ ਔਸਤਨ 4.5 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ, ਜਦ ਕਿ ਜਿਹੜੀ ਵੇਚਦੇ ਨੇ ਉਹ 6 ਰੁਪਏ 41 ਪੈਸੇ ਵੇਚਦੇ ਨੇ। ਤੇ ਸਬਸਿਡੀਆਂ ਦਾ ਜੇ ਤੁਸੀਂ ਹਿਸਾਬ ਲਾ ਲਓ ਕਿ ਪਿਛਲੀ ਸਬਸਿਡੀ ਦਾ ਜਿਹੜਾ 9,000 ਕਰੋੜ ਰੁਪਇਆ ਹਾਲੇ ਖਜ਼ਾਨੇ ਦੇ ਉੱਤੇ ਇਹ ਫਾਲਤੂ ਬੋਝ ਪੈ ਜਾਊਗਾ। ਹਾਲੇ ਪਿਛਲਾ ਪਿਆ, ਪਿਛਲੀ ਸਬਸਿਡੀ ਦਾ 16,000 ਕਰੋੜ ਰੁਪਏ ਉਹਦੇ ਵਿੱਚੋਂ ਵੀ ਬਕਾਇਆ ਪਿਆ। ਤੇ ਹੁਣ ਇਹ ਜਿਹੜੀ ਪੂਰਤੀ ਹੈ ਇਹ ਹੋਣੀ ਤਾਂ ਹੈ ਨਹੀਂ। ਪਿਛਲੇ ਸਾਲ ਦਾ ਹੁਣ ਆ ਕੇ ਰਲ ਗਿਆ, ਹੁਣ ਵਾਲੇ ਡਬਲ ਹੋ ਗਿਆ, ਤੇ ਉਹ ਤੋਂ ਬਾਅਦ ਇੱਧਰ ਦਾ ਵੀ ਬਕਾਇਆ ਰਹਿ ਜੂਗਾ, ਅਗਲੇ ਸਾਲ 'ਚ ਉਹ ਜਾ ਕੇ ਰਲ ਜੂਗਾ। ਤੇ ਕਿੱਥੇ ਜਾ ਕੇ ਇਹ ਕਰਨਗੇ? ਬੋਝ ਕਿੱਥੇ ਪਾਇਆ ਜਾਊਗਾ? ਟੈਕਸਾਂ ਦੇ ਰੂਪ ਵਿੱਚ ਕੱਢਿਆ ਜਾਊਗਾ, ਹੋਰ ਤਰੀਕੇ ਨਾਲ ਕੱਢਿਆ ਜਾਊਗਾ, ਚੀਜ਼ਾਂ ਮਹਿੰਗੀਆਂ ਕਰੀਆਂ ਜਾਣਗੀਆਂ ਜਾਂ ਬਿਜਲੀ ਮਹਿੰਗੀ ਕਰੀ ਜਾਊਗੀ। ਜਿਹੜੇ ਵਿਚਾਰੇ ਦੇ ਰਹੇ ਨੇ ਉਹਨਾਂ ਤੇ ਹੋਰ ਬੋਝ ਪਾ ਦਿਆ ਜਾਊਗਾ। ਸੋ ਚਾਹੀਦਾ ਤਾਂ ਇਹ ਸੀ ਕਿ ਬਿਜਲੀ ਦੀ ਸਪਲਾਈ ਹੈ ਜਿਹੜੀ ਉਹਨੂੰ ਵਧੀਆ ਤਰੀਕੇ ਨਾਲ ਕਰਕੇ ਬਿਜਲੀ ਦੀ ਜਿਹੜੀ ਪ੍ਰੋਡਕਸ਼ਨ ਹੈ ਉਸ ਵਿੱਚ ਹੋਰ ਉਦਯੋਗ ਜਿਹੜੇ ਹੈਗੇ ਨੇ ਉੱਦਾਂ ਦੇ ਲਾਏ ਜਾਣ, ਜਿਨ੍ਹਾਂ ਨਾਲ ਸੌਰ ਊਰਜਾ ਜਾਂ ਹੋਰ ਪਲਾਂਟਸ ਜਿਹੜੇ ਹੈਗੇ ਉਹਨਾਂ ਦੇ ਵਿੱਚ ਸਹਾਇਤਾ ਕਰ ਸਕਣ। ਬਿਜਲੀ ਦੀ ਜਿਹੜੀ ਕੰਜ਼ੰਪਸ਼ਨ ਕਹਿ ਲਓ ਆਪਾਂ, ਉਹ ਥੋੜ੍ਹੀ ਬਹੁਤੀ ਘੱਟ ਸਕੇ, ਹੋਰਨਾਂ ਸੋਰਸਸ ਤੋਂ ਬਿਜਲੀ ਆਪਾਂ ਲਈ ਜਾ ਸਕੇ, ਠੀਕ ਹੈ। ਉਹ ਚੀਜ਼ਾਂ ਦੇ, ਉਹਨਾਂ ਚੀਜ਼ਾਂ ਦੇ ਪੈਸਾ ਖਰਚਣ ਦੀ ਲੋੜ ਸੀਗੀ, ਨਾ ਕਿ ਆ ਫ੍ਰੀ ਬਿਜਲੀ ਦੀ ਨਿਰਵਿਘਨ ਸਪਲਾਈ ਹੁੰਦੀ, ਰੇਟ ਘੱਟ ਹੁੰਦੇ। ਆਹੀ ਪੈਸਾ ਜਿਹੜੇ ਵੱਡੇ ਪ੍ਰੋਜੈਕਟਾਂ ਤੇ ਲਾਇਆ ਜਾਂਦਾ, ਸਬਸਿਡੀਆਂ ਵੱਡੇ ਪ੍ਰੋਜੈਕਟਾਂ ਤੇ, ਸੌਰ ਊਰਜਾ ਤੇ ਸਬਸਿਡੀ ਵਧਾਈ ਜਾਂਦੀ, ਲੋਕਾਂ ਨੂੰ ਜਾਗਰੂਕ ਕਰਿਆ ਜਾਂਦਾ, ਵੱਡੇ
ਜਿਹੜੇ ਦਫ਼ਤਰ ਨੇ ਜਾਂ ਛੋਟੇ ਉਦਯੋਗ ਨੇ ਉਹਨਾਂ ਨੂੰ ਹੋਰ ਸੋਰਸਸ ਪੈਦਾ ਕਰਨ ਦੀ ਜਿਹੜੀ ਤਕਨੀਕ ਦੱਸੀ ਜਾਂਦੀ ਤੇ ਉਹ ਚੀਜ਼ਾਂ ਦੇ ਉੱਤੇ ਪੈਸਾ ਖਰਚਦੇ। ਆਹ ਜਿਹੜਾ ਤੁਸੀਂ ਬਿਜਲੀ ਦੇ ਬਿੱਲ ਭਰਨ ਵਾਸਤੇ ਸਰਕਾਰ ਦੇ ਉੱਤੇ ਬੋਝ ਪਾਉਣਾ ਤੁਸੀਂ ਲੋਕਾਂ ਦਾ, ਇਹਨਾਂ ਚੀਜ਼ਾਂ ਤੇ ਫਿਰ ਚਾਹੇ ਗਰੀਬ ਘਰਾਂ ਦਾ ਕੁਝ ਕਰਕੇ ਵੀ ਇੰਨੇ ਯੂਨਿਟ ਫੂਕਣ ਵਾਲਾ ਜਿਹਦਾ ਬਿੱਲ ਇੰਨੇ ਪਿਛਲੇ 5-7 ਸਾਲ 10 ਸਾਲ ਤੋਂ ਇੰਨਾ ਕੁ ਬਿੱਲ ਆ ਰਿਹਾ ਜਾਂ ਇੰਨੀ ਕੁ ਯੂਨਿਟਾਂ ਦਾ ਇਹਨਾਂ ਦਾ ਖਰਚ ਹੁੰਦਾ, ਯੂਨਿਟ ਖਰਚ ਹੁੰਦੀ ਹੈ, ਉਹਨਾਂ ਨੂੰ ਫ੍ਰੀ ਕਰ ਦਿੰਦੇ। ਆਹ ਚੀਜ਼ਾਂ ਤਾਂ ਹੋ ਸਕਦੀਆਂ ਸੀ, ਹੁਣ ਦੇ ਕੇ 300 ਯੂਨਿਟ ਫ੍ਰੀ ਕਰ ਦਾਂਗੇ ਜੀ, 2 ਮਹੀਨੇ ਦੀ 800 ਕਰ ਦਾਂਗੇ ਜੀ। ਇਹ ਕਹਿ ਲਓ ਕਿ ਪੰਜਾਬ ਦੇ ਲੋਕਾਂ ਤੇ ਹੀ ਬੋਝ ਪੈਣਾ। ਇਹ ਵੱਖਰੀ ਗੱਲ ਹੈ ਕਿ ਕੰਨ ਇੱਧਰੋਂ ਨੇ ਸਿੱਧਾ ਨਹੀਂ ਫੜਿਆ, ਮੋੜ ਕੇ ਫੜ ਦੇਣਾ। ਔਰ ਇਹ ਨਹੀਂ ਹੈਗਾ ਕਿ ਸਿਰਫ ਮੁਲਾਜ਼ਮਾਂ ਜਾਂ ਜਿਹੜੇ ਵੱਡੇ ਕਹਿ ਲਓ, ਅਮੀਰ ਕਹਿ ਲਓ ਜਾਂ ਬਿਜ਼ਨਸਮੈਨ ਕਹਿ ਲਓ ਜਾਂ ਹੋਰ ਨੇ ਜਿਹੜੇ ਆਪਣਾ ਰੋਜ਼ੀ ਰੋਟੀ ਕਮਾ ਲੈਂਦੇ ਨੇ ਅੱਛੇ ਤਰੀਕੇ ਨਾਲ, ਉਹਨਾਂ ਤੇ ਹੀ ਪੈਣਾ। ਇਹ ਗਰੀਬਾਂ ਤੇ ਵੀ ਪਾਣਾ ਬੋਝ ਜੀ, ਬਿਲਕੁਲ। ਜਿਨ੍ਹਾਂ ਦੀ ਬਿਜਲੀ ਮਾਫ ਕਰੀ ਜਾਊਗੀ ਉਹਨਾਂ ਤੇ ਵੀ ਬੋਝ ਪਾਣਾ ਹੀ ਪੈਣਾ। ਜੇ ਨਹੀਂ ਪਾਣਗੇ ਤਾਂ ਬਿਜਲੀ ਦਾ ਜਿਹੜਾ ਪਾਵਰਕੌਮ ਹੈ ਦਾ ਫਿਊਜ਼ ਉੱਡ ਜਾਣਾ। ਉਹ ਕਿੱਥੋਂ ਦਊ ਉਹ ਬਿਜਲੀ? ਨਿੱਜੀ ਕੰਪਨੀਆਂ ਕੋਲ ਹੈ ਸਾਰਾ ਕੁਝ। ਤੇ ਜੇ ਸਮਝੌਤੇ ਰੱਦ ਕਰਕੇ ਦੇਖ ਲੈਣ, ਫਿਰ ਰੱਦ ਕਰਕੇ ਹੋ ਸਕਦਾ ਕੋਈ ਨਵਾਂ ਰਸਤਾ ਨਿਕਲਿਆ ਹੋਵੇ ਜੀ। ਜੀ ਬਿਲਕੁਲ। ਪਰਮਿੰਦਰ ਜੀ, ਆਖਰੀ ਸਵਾਲ। ਐਜੀਪੀਸੀ ਪ੍ਰਧਾਨ ਜਗੀਰ ਕੌਰ ਕਹਿੰਦੇ ਨੇ ਕਿ ਅਸੀਂ ਪੰਜਾਬ ਨੂੰ ਸਿੱਖਿਅਤ ਕਰਨਾ, ਸਿੱਖੀ ਨਾਲ ਜੋੜਨਾ। ਜੋ ਸਾਡੇ ਸਿੱਖ ਬੱਚੇ ਨੇ, ਕਹਿੰਦੇ ਅਸੀਂ ਵਿਦੇਸ਼ੀ ਪਾਲਿਸੀਆਂ ਵੀ ਲੈ ਕੇ ਆਵਾਂਗੇ, ਵਿਦੇਸ਼ੀ ਜੋ ਐਜੂਕੇਸ਼ਨ ਬਾਰੇ ਉਹਨਾਂ ਦਾ ਕਹਿਣਾ ਕਿ ਅਸੀਂ ਉਹ ਇੱਧਰੋਂ ਸ਼ਿਫਟ ਕਰਾਂਗੇ ਤੇ ਇੱਥੋਂ ਸਿੱਖਿਅਤ ਕਰਾਂਗੇ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ, ਬੀਬੀ ਜਗੀਰ ਕੌਰ ਜਿਸ ਸੰਸਥਾ ਦੇ ਪ੍ਰਧਾਨ ਨੇ, ਜੋ ਉਸ ਸੰਸਥਾ ਦੇ ਵਿੱਚ ਸਿੱਖਿਆ ਦਾ ਖਜ਼ਾਨਾ ਪਿਆ, ਜਾਂ ਤਾਂ ਬੀਬੀ ਜੀ ਅਣਜਾਣ ਨੇ ਉਸ ਖਜ਼ਾਨੇ ਤੋਂ, ਉਹਨੂੰ ਵਰਤਣਾ ਨਹੀਂ ਚਾਹੁੰਦੇ ਹੈਗੇ, ਜਾਂ ਫਿਰ ਜੋ ਪੰਜਾਬ ਦਾ ਯੂਥ ਹੈ, ਖਾਸ ਕਰਕੇ ਪੰਜਾਬ ਦਾ, ਇਹਨਾਂ ਨੂੰ ਫਿਰ ਜੋ ਉਹ ਵਿਦੇਸ਼ੀ ਐਜੂਕੇਸ਼ਨ ਹੈ ਜਿਹਦਾ ਕੋਈ ਜ਼ਿਆਦਾ ਆਧਾਰ ਨਹੀਂ ਹੈਗਾ, ਜੋ ਸਿਰਫ ਇੱਕ ਇਸ ਲਈ ਇੰਟਰੋਡਿਊਸ ਕੀਤੀ ਗਈ ਸੀ ਕਿ ਅਸੀਂ ਲੇਬਰ ਕੱਢ ਸਕੀਏ ਫੈਕਟਰੀਆਂ ਦੇ ਵਿੱਚੋਂ, ਉਸੇ ਉੱਥੇ ਲੈ ਕੇ ਆਉਣਾ ਚਾਹੁੰਦੇ ਨੇ। ਦੂਜਾ ਉਹ ਕਹਿੰਦੇ ਨੇ ਜੇਕਰ ਕੋਈ ਬੱਚਾ ਵਿਦੇਸ਼ਾਂ ਦੇ ਵਿੱਚ ਜਾ ਕੇ ਪੜ੍ਹਨਾ ਚਾਹੁੰਦਾ ਤਾਂ ਅਸੀਂ ਮਦਦ ਵੀ ਕਰਾਂਗੇ। ਇਹਦੇ ਬਾਰੇ ਮੇਰੇ ਖਿਆਲ ਨਾਲ ਕੋਈ ਕਹਿ ਸਕਦੇ ਹਾਂ ਕਿ ਆਪਾਂ ਬਹੁਤ ਜ਼ਿਆਦਾ ਬੋਲਣ ਨੂੰ ਤਾਂ ਬਥੇਰਾ ਕੁਛ ਹੈ, ਪਰ ਦਿਲ ਨਹੀਂ ਕਰਦਾ। ਕਿਉਂਕਿ ਸੋਚਿਆ ਜਾਵੇ ਜੇ ਕਿ ਬੀਬੀ ਜਗੀਰ ਕੌਰ ਪਹਿਲਾਂ ਤਾਂ ਇਹ ਗੱਲ ਹੈ ਕਿ ਪਹਿਲੀ ਵਾਰ ਪ੍ਰਧਾਨ ਬਣੇ ਨੇ, ਜਿਨ੍ਹਾਂ ਨੂੰ ਪਤਾ ਕੱਖ ਨਹੀਂ ਇਸ ਬਾਰੇ ਵੀ। ਅੱਜ ਪ੍ਰਚਾਰ ਦੀ ਕਿਵੇਂ ਯਾਦ ਆਉਣ ਲੱਗ ਗਈ ਤੁਹਾਨੂੰ? ਅੱਜ ਸਿੱਖਿਆ ਦੀ ਕਿਵੇਂ ਯਾਦ ਆਉਣ ਲੱਗ ਗਈ ਤੁਹਾਨੂੰ? ਜਦੋਂ ਕਰੋਗੇ ਉਦੋਂ ਦੱਸ ਦਿਓ। ਹੁਣ ਬਿਆਨਬਾਜ਼ੀ ਕਰਕੇ ਕੀ ਜ਼ਿਆਦਾ ਦੱਸਣਾ? ਕੀ ਪ੍ਰੋਜੈਕਟ ਨੇ ਉਹ ਦੱਸੇ ਜਾਣ। ਪ੍ਰੋਜੈਕਟ ਕੀ ਨੇ? ਜਿਹੜੇ ਵਿਦੇਸ਼ ਜਾ ਰਹੇ ਨੇ ਉਹਨਾਂ ਨੂੰ ਰੁਜ਼ਗਾਰ ਪੈਦਾ ਕਰਕੇ ਦਿਓ ਨਾ। ਵਿਦੇਸ਼ ਜਾਣਾ ਚਾਹੁੰਦੇ, ਕਹਿੰਦੇ ਅਸੀਂ ਮਦਦ ਕਰਾਂਗੇ ਉਹਨਾਂ ਦੀ, ਕਾਹਦੇ ਲਈ? ਉੱਥੇ ਜਾ ਕੇ ਲੋਕਾਂ ਦੀ ਉਹ ਮਜ਼ਦੂਰੀ ਕਰਨ। ਤੇ ਤੁਸੀਂ ਇੱਥੇ ਕਿਉਂ ਨਹੀਂ ਰੁਜ਼ਗਾਰ ਪੈਦਾ ਕਰਦੇ? ਇੱਥੇ ਸਿੱਖਿਆ ਤੁਸੀਂ ਫ੍ਰੀ ਕਿਉਂ ਨਹੀਂ ਕਰਦੇ ਹੈਗੇ? ਕੀ ਬਜਟ ਦੀ ਲੋੜ ਕੀ ਹੈ? ਤੁਸੀਂ ਇੱਥੋਂ ਇੱਕ ਅਨਾਉਂਸਮੈਂਟ ਹੋਵੇ ਕਿ ਸਾਰਾ ਟਰਾਂਸਪੇਰੈਂਟ ਕੰਮ ਹੋਊਗਾ, ਇੱਕ ਪੈਸਾ ਜਿਹੜਾ ਆ ਰਿਹਾ ਉਹ ਕਿੱਥੇ ਖਰਚਿਆ ਜਾ ਰਿਹਾ, ਬਕਾਇਦਾ ਤੌਰ ਤੇ ਜਿਹੜੇ ਇਤਿਹਾਸਕ ਗੁਰਦੁਆਰੇ ਜਿਹੜੇ ਪ੍ਰਬੰਧ ਹੇਠ ਨੇ ਇਹ, ਉੱਥੇ ਤੁਹਾਨੂੰ ਜਿਹੜਾ ਮਰਜ਼ੀ ਜਾ ਕੇ ਕਿਸੇ ਵਰਲਡ ਦੇ ਵਿੱਚੋਂ ਕੋਈ ਬੰਦਾ ਆ ਕੇ ਹਿਸਾਬ ਮੰਗ ਲੈ, ਉਹਨੂੰ ਮਿਲੂਗਾ ਜੀ। ਹਰ ਇੱਕ ਕੰਮ ਜਿਹੜਾ ਟਰਾਂਸਪੇਰੈਂਟ ਹੋਊਗਾ, ਕੱਲੇ ਪੈਸੇ ਦਾ ਹਿਸਾਬ ਦਿੱਤਾ ਜਾਊਗਾ, ਸਕਰੀਨਾਂ ਲਾ ਕੇ ਲਿਖ ਦਿਆ ਜਾਵੇ ਵੀ ਇੰਨਾ ਪੈਸਾ ਆਇਆ, ਇਹ ਖਰਚੇ ਹੋਏ, ਹਰ ਦਿਨ ਦੇ ਖਰਚੇ ਦਿੱਤੇ ਜਾਣ, ਹਰ ਦਿਨ ਦੀ ਆਮਦਨ ਦੱਸੀ ਜਾਵੇ। ਇਹ ਕਰ ਲੈਣ, ਇੰਨਾ ਹੀ ਬੜਾ। ਦੇਖ ਲਓ ਪੈਸਾ ਕਿੰਨਾ ਆਉਂਦਾ। ਤੇ ਜੇ ਸਿੱਖਿਆ ਮੁਫਤ ਵੀ ਕਰ ਦੇਵੇ ਐਸਜੀਪੀਸੀ ਤਾਂ ਵੀ ਕੁਛ ਨਹੀਂ ਹੁੰਦਾ। ਜੇ ਵੱਡੇ ਉਦਯੋਗ ਸਥਾਪਿਤ ਕਰ ਲਵੇ ਆਪ, ਜਿਨ੍ਹਾਂ ਦੇ ਵਿੱਚ ਸਿੱਖ ਬੱਚਿਆਂ ਨੂੰ, ਸਿੱਖ ਗਰੀਬ ਬੱਚਿਆਂ ਨੂੰ ਰੁਜ਼ਗਾਰ ਮਿਲੇ, ਠੀਕ ਹੈ, ਉਹ ਕਰਨਾ ਨਹੀਂ, ਉਹ ਨਹੀਂ ਕਰਨਾ। ਇੱਕ ਤਾਂ ਆਪ ਆਮਦਨ ਸ਼ੁਰੂ ਹੋਊਗੀ। ਮੈਂ ਇੱਕ ਗੱਲ ਕਰਨੀ ਚਾਹੁੰਦਾ। ਮੈਂ ਕਿਸੇ ਕੋਈ ਟਾਈਮ ਸੀ, ਉਦੋਂ ਮੈਂ ਹਾਲੇ ਪੱਤਰਕਾਰੀ ਸ਼ੁਰੂ ਕੀਤੀ ਸੀਗੀ ਉਦੋਂ, ਤੇ ਮੈਂ ਟੌੜਾ ਸਾਹਿਬ ਨੂੰ ਮੈਂ ਇੱਕ ਗੱਲ ਕੀਤੀ ਸੀ ਪ੍ਰੈਸ ਕਾਨਫਰੰਸ ਦੇ ਵਿੱਚ, ਤੇ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਵੱਡੀਆਂ ਕੰਪਨੀਆਂ ਇੱਥੇ ਟੈਲੀਕਾਮ ਕੰਪਨੀਆਂ ਜਾਂ ਹੋਰ ਵਾਲਮਾਰਟ ਇਹ ਉਹ ਖੋਲ੍ਹਣ ਦੀ ਤਿਆਰੀ 'ਚ ਨੇ। ਉਦੋਂ ਸਪਾਈਸ ਵਗੈਰਾ ਆਏ ਸੀਗੇ ਇਹ ਮੋਬਾਈਲ ਦੇ, ਹੈ ਨਾ। ਤੇ ਮੈਂ ਉਹਨਾਂ ਨਾਲ ਗੱਲ ਕੀਤੀ ਸੀ, ਮੈਂ ਕਿਹਾ ਵੀ ਇੱਦਾਂ ਤੁਸੀਂ ਵੀ ਐਸਜੀਪੀਸੀ ਵੱਲੋਂ ਖੋਲੋ, ਤੁਸੀਂ ਲਾਓ ਇੱਦਾਂ ਦੀਆਂ ਕੰਪਨੀਆਂ। ਟੈਕਨੀਕ ਅੱਗੇ ਵੱਧ ਰਹੀ ਹੈ, ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਪੰਜਾਬ ਦਿਆਂ ਨੂੰ, ਨੌਜਵਾਨਾਂ ਨੂੰ ਅੱਗੇ ਟੈਕਨੀਕ। ਉਦੋਂ ਦੀ ਗੱਲ ਕਰਦਾ। ਤੇ ਮੈਨੂੰ ਕਹਿੰਦੇ ਬੈਠ ਜਾ ਕਾਕਾ, ਕਹਿੰਦਾ ਇਹ ਵੱਖਰੀ ਗੱਲ ਹੈ। ਕਹਿੰਦੇ ਮੈਨੂੰ ਮਤਲਬ ਉਹਨਾਂ ਨੇ ਜਵਾਬ ਨਹੀਂ ਦਿਆ ਮੈਨੂੰ, ਕਹਿੰਦੇ ਬੈਠ ਜਾ, ਕੋਈ ਗੱਲ ਨਹੀਂ, ਇਹ ਵੱਖਰੀ ਗੱਲ ਹੈ। ਕਹਿੰਦੇ ਜਦ ਕਿ ਉਹ ਚੀਜ਼ ਜੇ ਉੱਥੋਂ ਹੋਈ ਹੁੰਦੀ ਅੱਜ ਕਿੱਥੇ ਪਹੁੰਚੀ ਹੁੰਦੀ। ਬਿਲਕੁਲ। ਅੱਜ ਲੋਕ ਬਾਹਰ ਜਾਣ ਨੂੰ ਤਰਸਦੇ। ਸਿੱਖਿਆ ਤੁਸੀਂ ਕਾਲਜਾਂ ਸਕੂਲਾਂ ਦੀ ਦੇਖ ਲਓ, ਤੁਹਾਡੇ ਜਿਹੜੇ ਕਾਲਜ ਨੇ, ਸਕੂਲ ਨੇ, ਉਹਨਾਂ ਦੇ ਵਿੱਚ ਫੀਸਾਂ ਦਾ ਮਿਆਰ ਦੇਖ ਲਓ ਕਿੱਥੇ ਹੈ। ਗਰੀਬ ਬੱਚਿਆਂ ਨੂੰ ਕਿੰਨੇ ਕੁ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ? ਕਿਹੜੀ ਸਿੱਖਿਆ ਦਿੱਤੀ ਜਾ ਰਹੀ ਹੈ? ਬਿਲਕੁਲ ਜੀ।
ਪਰਮਿੰਦਰ ਜੀ, ਮੈਂ ਇੱਕ ਗੱਲ ਹੋਰ ਕਰਨੀ ਚਾਹੂੰਗਾ ਜੀ, ਕਿ ਜੋ ਤੁਸੀਂ ਗੱਲ ਕੀਤੀ ਸੀ ਕਿ ਜੇਕਰ ਅਸੀਂ ਉਦੋਂ ਫੈਸਲੇ ਲਏ ਹੁੰਦੇ ਤਾਂ ਅੱਜ ਅਸੀਂ ਕਿਤੇ ਤੋਂ ਕਿਤੇ ਹੁੰਦੇ। ਤੁਸੀਂ ਦੇਖੋ ਕਿ ਜਦੋਂ ਇੱਕ ਚੈਨਲ ਨੂੰ ਪ੍ਰਸਾਰਣ ਦਿੱਤਾ ਗਿਆ, ਉੱਥੋਂ ਕੀ ਐਜੀਪੀਸੀ ਆਪਣਾ ਚੈਨਲ ਸ਼ੁਰੂ ਕਰ ਸਕਦੀ ਸੀ? ਕੀ ਉਹਨਾਂ ਕੋਲ ਪੈਸਾ ਨਹੀਂ ਸੀ? ਬਹੁਤ ਪ੍ਰੋਜੈਕਟ ਨੇ ਗੁਰਜਿੰਦਰ ਜੀ, ਕੋਈ ਇਹ ਨਹੀਂ ਹੈਗਾ ਬਜਟ ਕਿੰਨਾ ਬਜਟ ਹੈ, ਪਰ ਜੇ ਟਰਾਂਸਪੇਰੈਂਟ ਕੰਮ ਹੋਏ ਹੋਏ ਔਰ ਇੱਕ ਆਵਾਜ਼ ਮਾਰਦੇ ਐਸਜੀਪੀਸੀ ਵੀ ਪੰਜਾਬ ਦੇ ਅਸੀਂ ਲੋਕਾਂ ਲਈ ਆਹ ਕਰਨਾ ਚਾਹ ਰਹੇ ਹਾਂ, ਪੰਜਾਬ ਦੇ ਨੌਜਵਾਨਾਂ ਲਈ ਪੈਸੇ ਦੀ ਘਾਟ ਥੋੜੀ ਹੋ ਜੂ। ਕਿੱਥੋਂ ਹੋ ਜੂ ਪੈਸੇ ਦੀ ਘਾਟ? ਬਿਲਕੁਲ, ਲੋਕਾਂ ਨੇ ਢੇਰ ਲਾ ਦੇਣੇ ਆ ਜੀ ਬਿਲਕੁਲ। ਜਦ ਹਰੇਕ ਬੰਦਾ, ਇੱਕ ਮਜ਼ਦੂਰੀ ਕਰਨ ਵਾਲਾ ਬੰਦਾ ਜਿਹੜਾ 100 ਰੁਪਇਆ ਕਮਾਉਂਦਾ ਹੈ, ਉਹ 100 ਰੁਪਏ ਵੀ ਮਸਾਂ ਕਮਾਉਂਦਾ ਮਜ਼ਦੂਰੀ ਕਰਕੇ, ਉਹ ਵੀ ਜਾ ਕੇ ਗੁਰੂ ਦੀ ਗੋਲਕ ਦੇ ਵਿੱਚ, ਜਿਹਨੂੰ ਕਿਹਾ ਜਾਂਦਾ ਗੁਰੂ ਕੀ ਗੋਲਕ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਕਿਹਾ ਜਾਂਦਾ ਹੈ, ਉਹ ਵੀ ਜਾ ਕੇ ਉੱਥੇ ਮੱਥਾ ਟੇਕਣ ਲੱਗੇ 10 ਰੁਪਏ ਪਾ ਸਕਦਾ। ਤੇ ਇਹੋ ਜਿਹੇ ਭਲੇ ਕੰਮ ਲਈ ਨਹੀਂ ਲੱਗਦੇ ਇਹਨਾਂ ਦੇ ਘਰਾਂ ਦੇ, ਇਹਨਾਂ ਦੀਆਂ ਝੋਲੀਆਂ ਭਰਨ ਨੇ। ਐਸਜੀਪੀਸੀ ਦੇ ਵਰਕਰਾਂ ਦੀਆਂ, ਜਿਹੜੇ ਮੁਲਾਜ਼ਮ ਨੇ, ਉਹਨਾਂ ਦੀ ਤਨਖਾਹਾਂ ਦੇਖ ਲਓ। ਬਿਲਕੁਲ, ਕਿੱਥੇ ਕਿੰਨੇ ਤਨਖਾਹ ਉਹਨਾਂ ਦੀਆਂ? ਉਹਨਾਂ ਨੂੰ ਕੌਣ ਦਿੰਦਾ ਵਿਚਾਰਿਆਂ ਨੂੰ ਤਨਖਾਹ? ਕਿੱਥੇ ਉਹਨਾਂ ਦੀ ਤਨਖਾਹ ਵਧਾਈਆਂ? ਕਥਾਵਾਚਕ ਜਿਹੜੇ 12-12 14 ਸਾਲ ਕੱਚੇ ਹੀ ਕੰਮ ਕਰੀਏ ਬਿਲਕੁਲ ਕਰੀ ਜਾ ਰਹੇ ਨੇ ਅੱਗੇ। ਤੇ ਜਾਣੀ ਕਿ ਜਿਹੜਾ ਪੈਸਾ ਹੈ ਕਿਤੇ ਹੋਰ ਯੂਜ਼ ਹੋ ਰਿਹਾ, ਉਸ ਚੀਜ਼ ਦਾ ਹਿਸਾਬ ਨਹੀਂ ਦੇਣਾ, ਉਸ ਚੀਜ਼ ਤੇ ਨਹੀਂ ਆਉਣਾ ਹੈਗਾ। ਦੂਜੀਆਂ ਗੱਲਾਂ ਬਿਆਨਬਾਜ਼ੀਆਂ ਕਰਕੇ ਤੁਸੀਂ ਬਸ ਆਪਾਂ ਖਾਨਾ ਪੂਰਤੀ ਕਰੀ ਜਾਓ। ਚੋਣਾਂ ਆ ਰਹੀਆਂ ਨੇ ਨੇੜੇ, ਤੇ ਉਹ ਅਕਾਲੀ ਦਲ ਨਾਲ ਪਤਾ ਹੀ ਹੈ ਤੁਹਾਨੂੰ, ਐਸਜੀਪੀਸੀ ਅਕਾਲੀ ਦਲ ਦੀ ਆਪਦੀ ਸੰਸਥਾ ਬਣ ਕੇ ਰਹਿ ਗਈ ਹੈ, ਤੇ ਉਧਰ ਫਾਇਦਾ ਦੇਣ ਵਾਸਤੇ ਇਸ ਤਰ੍ਹਾਂ ਦੇ ਬਿਆਨ ਜਿਹੜੇ ਹੈਗੇ ਬੀਬੀ ਜਗੀਰ ਕੌਰ ਦੇ ਰਹੇ ਨੇ। ਹੁਣ ਪਰਮਿੰਦਰ ਜੀ, ਹੁਣ ਬੀਬੀ ਜਗੀਰ ਕੌਰ ਐਸਜੀਪੀਸੀ ਦੇ ਪ੍ਰਧਾਨ ਨੇ, ਉਹ ਕਹਿੰਦੇ ਕਿ ਅਸੀਂ ਵਿਦੇਸ਼ਾਂ ਤੋਂ ਪਾਲਿਸੀਆਂ ਲੈ ਕੇ ਆਵਾਂਗੇ ਇੱਥੇ। ਕੀ ਫਿਰ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਜੀਵਨੀ ਨਹੀਂ ਪੜ੍ਹੀ ਹੈਗੀ? ਜਦੋਂ ਕਿ ਵਿਦੇਸ਼ੀ ਇੱਥੇ ਪੜ੍ਹਨ ਆਉਂਦੇ ਸੀ, ਉਦੋਂ ਜਦੋਂ ਐਜੂਕੇਸ਼ਨ ਪਾਲਿਸੀ ਸੀ, ਜੋ ਖਾਲਸਾ ਰਾਜ ਸੀ, ਉਹ ਸਭ ਦੇ ਸਾਹਮਣੇ ਹੈ। ਉਦੋਂ ਕਿੰਨੇ ਲੋਕ ਪੜ੍ਹੇ ਲਿਖੇ ਸੀ। ਤੇ ਫਿਰ ਬੀਬੀ ਜਗੀਰ ਕੌਰ ਜੇਕਰ ਆਪਣੇ ਹੀ ਖਾਲਸਾ ਰਾਜ ਬਾਰੇ, ਮਹਾਰਾਜਾ ਰਣਜੀਤ ਸਿੰਘ ਬਾਰੇ ਨਹੀਂ ਜਾਣਦੀ, ਤਾਂ ਫਿਰ ਕੀ ਅਧਿਕਾਰ ਨੇ ਉਹਨਾਂ ਦੇ ਇਹ ਜਿਹੀ ਸੰਸਥਾ ਦੇ ਪ੍ਰਧਾਨ ਹੋਣ ਦੇ? ਨਹੀਂ ਜਾਣਕਾਰੀ ਦੇਖੋ, ਠੀਕ ਹੈ, ਆਪਾਂ ਇਹ ਗੱਲ ਦੀ ਤੁਲਨਾ ਕਰ ਲਓ ਇੱਕ ਤਰ੍ਹਾਂ ਨਾਲ ਵੀ ਚਲੋ ਉਸ ਟਾਈਮ ਹੋ ਸਕਦਾ ਬਹੁਤ ਸਾਰੀਆਂ ਟੈਕਨੀਕਸ ਇਦਾਂ ਦੀਆਂ ਹੋਣੀਆਂ ਜਿਹੜੀਆਂ ਹੁਣ ਡਿਵੈਲਪ ਹੋ ਗਈਆਂ, ਇੱਥੇ ਆ ਕੇ ਸਹਾਈ ਸਿੱਧ ਹੋ ਸਕਦੀਆਂ ਹੋਣ। ਇਹ ਗੱਲ ਆਪਾਂ ਮੰਨ ਸਕਦੇ ਹਾਂ ਕਿ ਸਮਾਂ ਬਦਲਦਾ ਹੈ, ਤਰੱਕੀ ਹੁੰਦੀ ਹੈ, ਡਿਵੈਲਪ ਹੁੰਦਾ ਸਾਰਾ ਕੁਝ, ਬਹੁਤ ਕੁਝ ਡਿਵੈਲਪਮੈਂਟ ਦੇ ਵਿੱਚ ਨਿਕਲ ਆਉਂਦਾ ਹੈ। ਖਾਸ ਕਰ ਟੈਕਨੀਕਸ ਜਿਹੜੀਆਂ ਆਪਾਂ ਗੱਲ ਕਰਦੇ ਹਾਂ, ਅੱਜ ਮਾਡਰਨ ਜ਼ਮਾਨਾ, ਤੇਜ਼ੀ ਦਾ ਜ਼ਮਾਨਾ, ਸਾਰੇ ਭੱਜ ਰਹੇ ਨੇ, ਹਰ ਇੱਕ ਚੀਜ਼ ਤੇਜ਼ੀ ਨਾਲ ਭਾਲਦਾ ਹਰ ਇੱਕ ਬੰਦਾ। ਹੋ ਸਕਦਾ ਕੁਝ ਇਸ ਤਰ੍ਹਾਂ ਦੀ, ਪਰ ਉਹ ਕਲੀਅਰ ਤਾਂ ਕਰਨ ਕਿਹੜਾ ਪ੍ਰੋਜੈਕਟ ਹੈ ਜਿਹੜਾ ਤੁਸੀਂ ਲਿਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਦਿਓਗੇ? ਕਿਹੜੀ ਸਿੱਖਿਆ ਹੈ ਜਿਹੜੀ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਹੋ, ਔਰ ਉਹਦੇ ਨਾਲ ਉਹਨਾਂ ਦਾ ਜੀਵਨ, ਉਹਨਾਂ ਦਾ ਫਿਊਚਰ ਸੰਵਰ ਸਕਦਾ? ਉਹ ਬਾਹਰ ਜਾ ਕੇ ਦਿਹਾੜੀ ਕਰਨ ਨਾਲੋਂ ਇੱਥੇ ਬੈਠ ਕੇ ਉਹ ਲੱਖਾਂ ਰੁਪਏ ਕਮਾ ਸਕਣ। ਐਸਾ ਪ੍ਰੋਜੈਕਟ ਦੱਸੋ ਤਾਂ ਸਹੀ। ਲਾਂਚ ਕਰਨ ਤੋਂ ਪਹਿਲਾਂ ਜਾਣਕਾਰੀ ਲਓ, ਲੋਕਾਂ ਦੇ ਵਿੱਚ ਫੈਲਾਓ ਉਸ ਗੱਲ ਨੂੰ ਕਿ ਆਹ ਪ੍ਰੋਜੈਕਟ ਹੈ, ਇਹਦੇ ਨੁਕਸਾਨ, ਇਹਦੇ ਫਾਇਦੇ ਦੱਸੋ, ਤੁਹਾਡੇ ਫਿਊਚਰ ਦੇ ਵਿੱਚ ਕਿੱਦਾਂ ਸਹਾਈ ਹੋ ਸਕਦਾ, ਆਪਾਂ ਉਹ ਗੱਲ ਕਰੀਏ। ਉਹ ਚੀਜ਼ ਤਾਂ ਕਰਨੀ ਨਹੀਂ, ਉਹ ਪ੍ਰੋਜੈਕਟ ਹੀ ਨਹੀਂ ਕਰਨਾ। ਬਿਆਨ ਦੇਤਾ ਲਿਆਵਾਂਗੇ ਜੀ, ਲਿਆਵਾਂਗੇ ਤਾਂ ਖਰਚਾ ਕਰਨਾ ਪਊਗਾ, ਖਰਚੇ ਦੇ ਵਿੱਚੋਂ ਸਾਰਾ ਕੁਝ ਹੁੰਦਾ ਹੀ ਹੈ, ਪਤਾ ਹੈ ਤੁਹਾਨੂੰ, ਉਹ ਚੀਜ਼ਾਂ ਨੇ ਜੀ। ਸ਼ੁਕਰੀਆ ਪਰਮਿੰਦਰ ਜੀ, ਖਬਰਾਂ ਦੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਧੰਨਵਾਦ। ਸ਼ੁਕਰੀਆ ਜੀ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰਾ, ਅੱਜ ਦੀਆਂ ਵੱਡੀਆਂ ਖਬਰਾਂ ਤੁਹਾਡੇ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਸਭ ਤੋਂ ਵੱਡੀ ਖਬਰ ਸੀ ਜੋ ਕਿਸਾਨੀ ਅੰਦੋਲਨ ਚੱਲਦੇ ਲੰਮਾ ਸਮਾਂ ਹੋ ਗਿਆ, ਕੋਈ ਗੱਲਬਾਤ ਹਲੇ ਨੇੜੇ ਲੱਗਣ ਦੇ ਨਾਂ ਨਹੀਂ ਲੈਂਦੀ। ਦੂਜੇ ਪਾਸੇ ਸੁਪਰੀਮ ਕੋਰਟ ਨੇ ਕਿਹਾ ਕਿ ਜੋ ਰਾਹਾਂ ਨੂੰ ਲੈ ਕੇ ਮਸਲਾ ਕਿ ਇੱਥੇ ਲੋਕਾਂ ਦੇ ਬਿਜ਼ਨਸ ਬੰਦ ਹੁੰਦੇ ਨੇ, ਰਾਹ ਬੰਦ ਹੁੰਦੇ ਨੇ, ਉਹਨੂੰ ਲੈ ਕੇ ਸੁਪਰੀਮ ਕੋਰਟ ਸਖਤ ਵੀ ਦਿਖੀ। ਦੂਜਾ ਸਭ ਤੋਂ ਅਹਿਮ ਮਸਲਾ ਕਾਂਗਰਸ ਪਾਰਟੀ ਦਾ। ਕਾਂਗਰਸ ਪਾਰਟੀ ਦੇ ਜੋ ਅੱਜ ਦੇ ਹਾਲਾਤ ਬਣੇ ਹੋਏ ਨੇ, ਕਾਂਗਰਸ ਪਾਰਟੀ ਜਿੱਥੇ ਅੱਜ ਪਹੁੰਚ ਗਈ। ਲੋਕ ਰਣ ਤੇ ਪੁਰਾਣੇ ਪ੍ਰੋਗਰਾਮ ਪਏ ਨੇ, ਤੁਸੀਂ ਕੱਢ ਕੇ ਦੇਖ ਸਕਦੇ ਹੋ। ਲੋਕ ਰਣ ਤੇ ਪਹਿਲਾਂ ਅਸੀਂ ਵਿਚਾਰ ਚਰਚਾ ਕਰ ਚੁੱਕੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕਾਂਗਰਸ ਪਾਰਟੀ ਦੇ ਹਾਲਾਤ ਹੈ, ਕਿਉਂਕਿ ਕਲੇਸ਼ ਉਦੋਂ ਚੱਲ ਰਿਹਾ ਸੀ ਕਿ ਇਹ ਕਲੇਸ਼ ਹੁਣ ਇਹ ਰੂਪ ਲੈ ਸਕਦਾ, ਤੇ ਉਹ ਗੱਲਾਂ ਜੋ ਤੁਹਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰਾ ਨੇ ਕੀਤੀਆਂ ਸੀ, ਉਹ ਸਾਰੀਆਂ ਸੱਚ ਸਾਬਤ ਹੋ ਰਹੀਆਂ ਨੇ। ਤੇ ਇਸ ਪੂਰੇ ਮਾਮਲੇ ਦੇ ਵਿੱਚ ਜੋ ਪੰਜਾਬ ਦੇ ਸਿਆਸੀ ਹਾਲਾਤ ਨੇ, ਇਹਨਾਂ ਦੇ ਵਿੱਚ ਜੋ ਵੀ ਅਪਡੇਟ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ।